ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੁੱਚੇ ਮੂੰਹ ਸ਼ਰਾਬ ਦੀ ਗੱਲ ਕਰਨੀ ਕਿਹਨੂੰ ਚੰਗੀ ਲੱਗਦੀ? ਕਰਨੀ ਪੈਂਦੀ ਹੈ। ਮਾਮਲਾ 200 ਕਰੋੜ ਦਾ। ਸਟੇਟ ਰੁਪਈਏ ਨੂੰ ਤਰਸਦੀ ਆ। ਅਗਲੇ ਕਹਿੰਦੇ 100 ਕਰੋੜ ਕਿੱਥੇ ਗਿਆ? ਕੀ ਸਰਕਾਰ ਅੱਜ ਜਵਾਬ ਦੇਊਗੀ ਉਸੇ ਤਰ੍ਹਾਂ ਅੰਕੜੇ ਪੇਸ਼ ਕਰਕੇ? ਦੂਜਾ ਸਵਾਲ ਵੀ ਅਹਿਮ ਆ, ਜਲੰਧਰ ਦੀ ਚੋਣ ਕੀ ਚੰਨੀ ਸਾਹਿਬ ਨੂੰ ਨਾ ਹੋ ਗਈ? ਸਵਾਲ ਹੀ ਹੈ ਕਿ ਕੀ ਚੰਨੀ ਸਾਹਿਬ ਨੂੰ ਨਾ ਹੋ ਗਈ? ਕਾਂਗਰਸੀ ਉਹਨਾਂ ਨੂੰ ਕੀ ਰੋਲ ਦੇਣਾ ਚਾਹੁੰਦੇ ਆ? ਉਹ ਕਹਿੰਦੇ ਆ ਤੁਸੀਂ ਇਸ ਖਿੱਤੇ ਦੀ ਰਾਜਨੀਤੀ ਮੇਲਾ ਲੁੱਟ ਕੇ ਲਿਜਾਣ ਵਾਲੀ ਕਰ ਸਕਦੇ ਹੋ। ਪਰ ਇਹਦੇ ਨਾਲ ਹੀ ਸਵਾਲ ਚਰਚਸ ਦੀ ਰਾਜਨੀਤੀ ਦਾ ਵੀ ਹੈ। ਕੇਜਰੀਵਾਲ ਸਾਹਿਬ ਨੂੰ ਅਗਲਿਆਂ ਨੇ ਕਿਹਾ ਰੁਕੋ, ਮਿਲਾਂਗੇ ਤੁਹਾਨੂੰ, ਜ਼ਰੂਰ ਮਿਲਾਂਗੇ। ਜਦੋਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਉਂਦੀ ਆ, ਇਸ ਖਿੱਤੇ ਦੀ ਰਾਜਨੀਤੀ 'ਚ ਇੱਕ ਮੋੜਾ ਆਉਂਦਾ ਆਨੰਦਪੁਰ ਦੇ ਮਤੇ ਨਾਲ। ਉਸ ਤੋਂ ਬਾਅਦ ਧਰਮਯੁੱਧ ਮੋਰਚਾ, ਹੋਰ ਕਈ ਕੁਝ ਸ਼ੁਰੂ ਹੁੰਦਾ। ਲੇਕਿਨ ਹੁਣ ਉਹਨੂੰ ਜੇਕਰ ਤੁਸੀਂ ਵੱਖਵਾਦੀ ਦਸਤਾਵੇਜ਼ ਕਹੋਗੇ, NCERT ਦੀਆਂ ਕਿਤਾਬਾਂ ਦੇ ਵਿੱਚ, ਸਿਲੇਬਸ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਉਬਲਣਾ ਤਾਂ ਬਣਦਾ, ਉਬਲੇ ਨੇ ਉਹ। ਔਰ ਇਹਦੇ ਨਾਲ ਨਾਲ 3-4 ਖਬਰਾਂ ਬਹੁਤ ਅਹਿਮ ਨੇ। ਬੰਗਾਲ ਦੇ ਗਵਰਨਰ ਨੇ ਇੱਕ ਟ੍ਰੈਂਡ ਸੈੱਟ ਕਰਨ ਵਰਗੀ ਗੱਲ ਕੀਤੀ ਹੈ। ਹੁਣ ਇਹਦੇ ਤੇ ਰੌਲਾ ਕਿੰਨਾ ਪੈਂਦਾ ਇਹ ਦੇਖਣਾ ਹੋਊਗਾ। ਉਹ ਆਪਣੀਆਂ ਯੂਨੀਵਰਸਿਟੀਜ਼ ਤੇ VCs ਨੂੰ ਰਿਪੋਰਟ ਦੇਣ ਲਈ ਕਹਿ ਰਿਹਾ। ਚਲੋ ਆਪਾਂ ਅੱਗੇ ਤੁਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਟੂਰਿਸਟ ਇੱਕ ਵਾਰੀ ਫਿਰ ਤੋਂ ਆਉਣ ਲੱਗੇ ਨੇ। ਇਹ ਗਿਣਤੀ ਘਟੀ ਸੀ, ਹੁਣ ਫਿਰ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਵੱਜ ਗਿਆ, ਰੌਣਕ ਪਰਤ ਰਹੀ ਹੈ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਕੱਲ ਮਜੀਠੀਆ ਦਾ ਜ਼ੋਰ ਲੱਗਿਆ ਰਿਹਾ। ਉਧਰ ਭਗਵੰਤ ਮਾਨ ਸਾਹਿਬ ਦੀ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਤੇ ਜ਼ੋਰ ਲੱਗਿਆ ਰਿਹਾ ਵੀ ਅਸੀਂ ਮਾਲੀਆ ਬੜਾ ਕਮਾ ਲਿਆ। ਵਿਕਰਮ ਸਿੰਘ ਕਹਿੰਦੇ 200 ਕਰੋੜ ਦਾ ਨੁਕਸਾਨ ਹੋਇਆ। L1 ਲਾਇਸੈਂਸ ਦੇ ਵਿੱਚ ਹੀ ਘੱਟੋ ਘੱਟ 120 ਕਰੋੜ ਦਾ ਨੁਕਸਾਨ, 100 ਕਰੋੜ ਤੋਂ ਵੱਧ ਦਾ ਨੁਕਸਾਨ ਦੱਸ ਰਿਹਾ। ਔਰ ਉਹ 100 ਕਰੋੜ ਦਾ ਨੁਕਸਾਨ ਮਾਲੀਏ ਨੂੰ ਹੋਇਆ, ਰੈਵਨਿਊ ਨੂੰ ਹੋਇਆ, ਸਰਕਾਰੀ ਖਜ਼ਾਨੇ ਨੂੰ ਹੋਇਆ। ਗਿਆ ਕਿੱਥੇ? ਇਹ ਸਵਾਲ ਖੜਾ ਕੀਤਾ। ਇਹਦੇ 'ਚ ਕੋਈ ਦਮ ਹੈ ਵੈਸੇ ਦੋਨਾਂ ਧਿਰਾਂ 'ਚ? ਰੰਧਾਵਾ ਸਾਹਿਬ, ਪਿਛਲਾ ਜਿਹੜਾ ਐਕਸਾਈਜ਼ ਪਾਲਿਸੀ ਦਿੱਲੀ ਵਾਲੀ ਹੈ, ਜਿਹਨੂੰ ਲੈ ਕੇ ਮਨੀਸ਼ ਸਿਸੋਦੀਆ ਹੋਣੀ ਜੇਲ੍ਹ 'ਚ ਨੇ ਔਰ ED ਤੇ CBI ਦੋ ਏਜੰਸੀਆਂ ਉਹਨਾਂ ਦੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰ ਰਹੀਆਂ ਨੇ। ਵਿਕਰਮ ਮਜੀਠੀਆ ਵੀ ਇਹ ਉਸੇ ਪਾਲਿਸੀ ਨੂੰ ਲੈ ਕੇ, ਕਿਉਂਕਿ ਉਸੇ ਤਰ੍ਹਾਂ ਦੀ ਪਾਲਿਸੀ ਪੰਜਾਬ ਦੇ ਵਿੱਚ ਬਣੀ ਹੈ, ਉਹਨੂੰ ਲੈ ਕੇ ਪੰਜਾਬ ਦੇ ਜਿਹੜੇ ਮੰਤਰੀ ਨੇ ਜਾਂ ਮੁੱਖ ਮੰਤਰੀ ਨੇ ਉਹਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹੈ। ਕਿਉਂਕਿ ਉਹਨਾਂ ਬਾਰ-ਬਾਰ ਇਹ ਕਹਿ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਜਾਣਾ ਸੌਖਾ ਨਹੀਂ ਹੁੰਦਾ। ਤੁਸੀਂ ਦੇਖਿਆ ਹੋਣਾ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਇਕੱਲੇ ਸ਼ਬਦ 2-3 ਵਾਰ ਵਰਤਿਆ ਹੈ। ED ਜਦੋਂ ਘੇਰਾ ਪਾਉਂਦੀ ਹੈ ਨਾ, ਤਾਂ ਉਹ ਉਸ ਚੋਂ ਨਿਕਲਣਾ ਸੌਖਾ ਨਹੀਂ ਹੁੰਦਾ। ਇਸ ਤਰ੍ਹਾਂ ਦੇ ਸ਼ਬਦਾਵਲੀ ਜਿਹੜੀ ਕੱਲ ਉਹਨਾਂ ਦੀ ਸੀਗੀ, ਉਹ ਜਿਹੜਾ ਉਹ ਕੁਝ ਟਾਈਮ ਲਗਾ ਕੇ ਆਏ ਨੇ ਜੇਲ੍ਹ ਦੇ ਅੰਦਰ, ਉਸ ਤੋਂ ਮੈਨੂੰ ਲੱਗਦਾ ਨਿਕਲਦੀ ਜਾਪਦੀ ਹੈ। ਤੇ ਉਹ ਚਾਹੁੰਦੇ ਹੈ ਕਿ ਹੁਣ ਇਹਦੇ ਵਿੱਚ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹਰਪਾਲ ਚੀਮਾ ਹੋਰਾਂ ਨੂੰ ਵੀ ਕਿਸ ਤਰ੍ਹਾਂ ਲਿਆਇਆ ਜਾਏ ਇਹਦੇ ਅੰਦਰ, ਉਹਦੇ ਤੇ ਸਵਾਲ ਦਾਗ ਰਹੇ ਆ। ਉਹਦੇ ਵਿੱਚ ਦੇਖੋ, ਉਹਨਾਂ ਨੇ ਕਿਹਾ ਕਿ ਪਿਛਲੀ ਜਿਹੜੀ ਪਾਲਿਸੀ ਸੀਗੀ ਉਹਦੇ ਵਿੱਚ ਇਹਨਾਂ ਨੇ ਕਲੇਮ ਕੀਤਾ ਸੀ ਕਿ ਜੀ ਅਸੀਂ ਇਹ ਖੋਲਤੀ ਹੈ, ਮਤਲਬ ਸਭ ਵਾਸਤੇ। ਲੇਕਿਨ ਇਹਨਾਂ ਨੇ ਹੁਣ ਜਿਹੜੇ ਕੱਲ ਇਹਨਾਂ ਨੇ ਅੰਕੜੇ ਪੇਸ਼ ਕੀਤੇ ਉਹਦੇ 'ਚ ਉਹ ਕਹਿ ਰਹੇ ਹੈ ਕਿ ਨਹੀਂ ਜੀ, ਇਹਨਾਂ ਨੇ ਇਸ ਕਾਰੋਬਾਰ ਨੂੰ ਮੋਨੋਪਲਾਈਜ਼ ਕੀਤਾ ਹੈ। ਜਦੋਂ ਪਿਛਲੀ ਸਰਕਾਰ ਯਾਨੀ ਕੈਪਟਨ ਸਾਹਿਬ ਦੀ ਸਰਕਾਰ ਸੀ ਜਾਂ ਉਦੋਂ ਪਿਛਲੀਆਂ ਸਰਕਾਰਾਂ ਸੀ, ਉਹਦੇ 'ਚ ਜਿਹੜੇ L1 ਯਾਨੀ ਕਿ ਜਿਹੜੇ ਡਿਸਟ੍ਰੀਬਿਊਟਰ ਨੇ ਵੱਡੇ ਸ਼ਰਾਬ ਦੇ, ਉਹਨਾਂ ਦੇ ਕੋਲੇ 74 ਸੀਗੇ ਲਾਇਸੈਂਸ, 74 ਲਾਇਸੈਂਸ ਸੀਗੇ ਜਿਹੜੇ ਦਿੱਤੇ ਹੋਏ ਸੀ। ਇਹਨਾਂ ਨੇ ਸਿਰਫ 7 ਕਰਤੇ। ਇਹਦਾ ਮਤਲਬ ਇਸ ਵੱਡੇ ਕਾਰੋਬਾਰ ਨੂੰ ਬਹੁਤ ਸੀਮਿਤ ਕਰਤਾ, ਕੁਝ ਹੱਥਾਂ ਦੇ ਵਿੱਚ ਹੀ ਸੀਮਿਤ ਕਰਤਾ। ਉਹ ਔਰ ਕਿਹਾ ਕਿ ਜੀ ਇਸ ਚੇਂਜ ਕੀ ਕੀਤੀ ਹੈ ਕਿ ਅਸੀਂ ਇਸ ਲਾਇਸੈਂਸ ਫੀਸ ਨੂੰ 5 ਕਰੋੜ ਤੋਂ ਵਧਾ ਕੇ 45 ਕਰੋੜ ਰੁਪਇਆ ਕਰਤਾ ਹੈ। ਯਾਨੀ ਕਿ 9 ਗੁਣਾ ਹੋ ਗਿਆ, ਲਗਭਗ 9 ਗੁਣਾ ਅਸੀਂ ਵਧਾਤੀ ਹੈ। ਤੇ ਇਹਦੇ ਨਾਲ ਰੈਵਨਿਊ ਬਹੁਤ ਇਕੱਠਾ ਹੋਊਗਾ। ਪਰ 74 ਕਰੋੜ 74 ਲਾਇਸੈਂਸ ਨਾਲ ਵੀ ਲਗਭਗ ਇੰਨਾ ਕੀ ਹੁੰਦਾ ਸੀ। ਉਦੋਂ ਵੋਲਿਊਮ ਇਹਨਾਂ ਦਾ ਵੱਡਾ ਸੀ, ਹੁਣ ਰੁਪੀਜ਼ ਦਾ ਵੱਡਾ ਕਰਤਾ। ਇੰਨਾ ਕੀ ਫਰਕ ਹੈ, ਬਾਕੀ ਕੋਈ ਫਰਕ ਨਹੀਂ। ਲੇਕਿਨ ਇਹਦੇ ਵਿੱਚ ਥੋੜਾ ਜਿਹਾ ਇਹ ਹੈ ਕਿ ਕਾਰੋਬਾਰ ਜਿਹੜਾ ਹੈਗਾ ਉਹ ਸੀਮਿਤ ਹੋ ਗਿਆ ਹੈ। ਇਹਦੇ ਵਿੱਚ ਇਹ ਨਹੀਂ ਦੱਸਿਆ ਗਿਆ। ਪਰ ਇੱਕ ਹੋਰ ਜਿਹੜਾ ਇੰਪੋਰਟੈਂਟ ਨੁਕਤਾ ਇਹਨਾਂ ਨੇ ਕੱਲ ਦੱਸਿਆ ਵੀ ਇਹ ਕਰਨ ਲਈ ਕੀਤਾ ਕੀ ਹੈ ਕਿ ਜਿਹੜੀ ਪਿਛਲੀ ਪਾਲਿਸੀ ਸੀ ਉਹਦੇ ਵਿੱਚ ਵੀ ਇਹੀ ਸੀਗਾ ਕਿ ਜਿਹੜਾ L1 ਦਾ ਲਾਭ ਹੁੰਦਾ, ਜਿਹਨੂੰ ਮਤਲਬ ਆਪਾਂ ਮਾਰਜਨ ਮਨੀ ਕਹਿੰਦੇ ਆ, ਉਹ 5% ਸੀ, ਜਿਹਨੂੰ ਵਧਾ ਕੇ ਇਹਨਾਂ ਨੇ 10% ਕਰਤਾ ਸੀ। ਸੇਮ ਹੀ ਜਿਹੜਾ ਕੇਸ ਹੈ, ਤੁਹਾਨੂੰ ਯਾਦ ਹੋਊਗਾ, ਉਹ ਦਿੱਲੀ ਦੇ ਵਿੱਚ ਵੀ ਏਦਾਂ ਹੀ ਹੈ ਕਿ 6% ਸੀ, 6% ਨੂੰ ਵਧਾ ਕੇ
12% ਕੀਤਾ ਗਿਆ ਤੇ ਜਿਹੜਾ ਈਡੀ ਨੇ ਉਹ ਚਲਾਨ ਪੇਸ਼ ਕੀਤਾ ਸੀਗਾ ਉਹਦੇ ਵਿੱਚ ਵੀ ਇਹ ਆਇਆ ਸੀਗਾ ਕਿ ਉਹ ਜਿਹੜਾ 6% ਐਡੀਸ਼ਨਲ ਸੀਗਾ ਉਹਦਾ ਪੈਸਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਣਾ ਸੀਗਾ। ਇੱਕ ਇਹ 2-3 ਪੁਆਇੰਟ ਉਹਨਾਂ ਨੇ ਹੋਰ ਇਹਦੇ ਚ ਬੜੇ ਕਹੇ ਆ ਚੰਗੇ, ਲੇਕਿਨ ਉਹ ਪਹਿਲਾਂ ਨਹੀਂ ਸੀ ਸਾਹਮਣੇ ਆਏ ਜਾਂ ਸਰਕਾਰ ਕਿਉਂਕਿ ਇਸ ਤੇ ਕੋਈ ਸਪਸ਼ਟ ਨਹੀਂ ਕਰਦੀ, ਇਸ ਕਰਕੇ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ, ਇਹ ਟੈਕਨੀਕਲ ਮਾਮਲੇ ਹੁੰਦੇ। ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਠੇਕਿਆਂ ਦੀ ਗਿਣਤੀ ਹੈਗੀ ਹੈ ਉਹ ਬਹੁਤ ਵਧਾਤੀ ਹੈ। ਸੇਮ ਹੀ ਤੁਹਾਨੂੰ ਯਾਦ ਹੋਊਗਾ ਇਹੀ ਐਲੀਗੇਸ਼ਨ ਦਿੱਲੀ ਵਾਲੀ ਪਾਲਿਸੀ ਨੂੰ ਲੈ ਕੇ ਵੀ ਹੁੰਦਾ ਸੀਗਾ। ਕਾਂਗਰਸ ਔਰ ਬੀਜੇਪੀ ਉੱਥੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹੀ ਅਟੈਕ ਕਰਦੇ ਸੀ ਕਿ ਉਹਨਾਂ ਨੇ ਇੰਨੇ ਤਾਂ ਸਕੂਲ ਨਹੀਂ ਖੋਲੇ ਜਿਸ ਉਸ ਤੋਂ ਕਈ ਗੁਣਾ ਜ਼ਿਆਦਾ ਠੇਕੇ ਖੋਲਤੇ ਹੈ। ਸੇਮ ਹੀ ਵਰਡ ਜਿਹੜੇ ਨੇ ਕੱਲ ਵਿਕਰਮ ਮਜੀਠੀਆ ਨੇ ਵੀ ਇਹੀ ਵਰਤੇ ਵੀ ਇੰਨੇ ਤਾਂ ਸਕੂਲ ਨਹੀਂ ਖੁੱਲੇ ਜਿੰਨੇ ਠੇਕੇ ਖੁੱਲ ਗਏ। 2200 ਦੇ ਕਰੀਬ ਠੇਕਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਨਵਾਂ ਖੁੱਲ ਗਿਆ। ਤੇ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਠੇਕੇ ਹੁੰਦੇ ਨੇ, ਵੱਡੇ ਠੇਕੇਦਾਰ ਜਿਹੜੇ ਕਿ ਸਬਲੈਟ ਕਰਦੇ ਉਹ ਵੀ ਜਿਹੜੇ ਹੈਗੇ ਆ 1500 ਦੇ ਕਰੀਬ ਜਿਹੜਾ ਹੈਗਾ ਉਹ ਖੁੱਲ ਗਿਆ। ਤਾਂ ਦੇਖੋ ਇਹ 3-4 ਚੀਜ਼ਾਂ ਸੀਗੀਆਂ। ਇੱਕ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕਿਹਾ ਸੀਗਾ ਕਿ ਪਾਲਿਸੀ ਦੇ ਵਿੱਚ ਪਿਛਲੇ ਵਾਰੀ ਜਿਹਨੂੰ ਇਹ ਰੈਵਨਿਊ ਦਿਖਾ ਰਹੇ ਆ ਬਹੁਤ ਜ਼ਿਆਦਾ ਆ ਗਿਆ, ਉਹਦੇ ਤੇ ਜਿਹੜੀ ਉਹਨਾਂ ਨੇ ਸਪਸ਼ਟੀਕਰਨ ਜਾਂ ਦਿੱਤਾ ਹੈ ਜਾਂ ਹਰਪਾਲ ਚੀਮਾ ਨੂੰ ਸਵਾਲ ਕੀਤਾ ਕਿ ਇਹਦੇ ਤੇ ਜਵਾਬ ਦਿਓ। ਉਹ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਕਿਉਂਕਿ ਸਰਕਾਰ ਨਵੀਂ ਸੀ, ਆਂਦੇ ਸਾਰ ਬਜਟ ਪੇਸ਼ ਨਹੀਂ ਕੀਤਾ ਜਾ ਸਕਦਾ ਸੀ, ਇਸ ਕਰਕੇ ਪਿਛਲੀ ਜਿਹੜੀ ਕਾਂਗਰਸ ਵਾਲੀ ਜਿਹੜੀ ਐਕਸਾਈਜ਼ ਪਾਲਿਸੀ ਸੀ ਉਸੇ ਨੂੰ ਹੀ 3 ਮਹੀਨੇ ਲਈ ਐਕਸਟੈਂਡ ਕੀਤਾ ਸੀਗਾ ਤੇ ਜਿਹੜਾ ਪੈਸਾ ਨਵੀਂ ਪਾਲਿਸੀ ਜਾਰੀ ਕਰਨ ਤੋਂ ਬਾਅਦ ਐਡਵਾਂਸ ਦੇ ਵਿੱਚ ਠੇਕੇਦਾਰ ਦਿੰਦੇ ਹੁੰਦੇ ਆ ਉਹ ਪੈਸਾ ਇਹਨਾਂ ਨੂੰ ਜੂਨ ਦੇ ਵਿੱਚ ਮਿਲਿਆ, ਜਿਹੜਾ ਇਹਨਾਂ ਨੇ ਆਪਣੀ ਪਾਲਿਸੀ ਚ ਐਡ ਕਰ ਲਿਆ, ਜਦਕਿ ਉਹ ਪਿਛਲੀ ਪਾਲਿਸੀ ਦੇ ਰੈਵਨਿਊ ਚ ਆਉਣਾ ਚਾਹੀਦਾ ਹੈ। ਜਿਹਨੂੰ ਇਹ ਦਿਖਾਈ ਜਾ ਰਿਹਾ ਕਿ ਪਿਛਲੀ ਪਾਲਿਸੀ ਚ ਸਿਰਫ 6254 ਕਰੋੜ ਰੁਪਏ ਆਇਆ ਜਿਹੜਾ ਕਾਂਗਰਸ ਦੀ ਸੀ। ਉਹ ਕਹਿ ਰਿਹਾ ਕਿ ਇਹ 925 ਕਰੋੜ ਜਿਹੜਾ ਇਸ ਵਾਰੀ ਆਇਆ ਜੂਨ ਦੇ ਵਿੱਚ ਉਹ ਉਹਦੇ ਚ ਐਡ ਕਰਨਾ ਚਾਹੀਦਾ ਹੈ ਔਰ ਇਹਨਾਂ ਚੋਂ ਘਟਾਉਣਾ ਚਾਹੀਦਾ ਜਿਹੜਾ 8800 ਕਰੋੜ ਰੁਪਏ ਕਲੇਮ ਕਰੀ ਜਾਂਦੇ ਆ। 8800 ਕਰੋੜ ਨਹੀਂ ਆਇਆ, ਇਹਨਾਂ ਨੂੰ 79 ਕਰੋੜ ਦੇ ਕਰੀਬ ਆਇਆ। ਤੇ ਇਸ ਤਰ੍ਹਾਂ ਦੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਪੁੱਛੀਆਂ ਨੇ। ਹੁਣ ਸਵਾਲ ਫਿਰ ਉੱਥੇ ਹੀ ਆ ਕੇ ਖੜ ਗਿਆ ਕਿ ਕੀ ਸਰਕਾਰ ਅੱਜ ਇਸ ਤੇ ਜਵਾਬ ਦੇਗੀ। ਇਹ ਇੰਨੇ ਕੁ ਜ਼ਿਆਦਾ ਟੈਕਨੀਕਲ ਮਾਮਲੇ ਨੇ, ਮੈਨੂੰ ਲੱਗਦਾ ਕਿ ਹਰਪਾਲ ਚੀਮਾ ਨੂੰ ਜਾਂ ਮੁੱਖ ਮੰਤਰੀ ਨੂੰ ਖੁਦ ਇਸ ਅੱਗੇ ਆ ਕੇ ਇਹਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਔਰ ਜਿੰਨੇ ਵੀ ਸਵਾਲ ਵਿਕਰਮ ਮਜੀਠੀਆ ਨੇ ਉਠਾਏ ਹੈ ਇਹਦੇ ਉੱਤੇ ਇੱਕ ਇੱਕ ਕਰਕੇ ਉਹਦਾ ਜਵਾਬ ਦੇਣਾ ਚਾਹੀਦਾ। ਭਾਸਕਰ ਸਾਹਿਬ, ਇਹੀ ਮਾਮਲਾ ਮੈਂ ਤੁਹਾਡੇ ਵੱਲ ਲੈ ਕੇ ਆ ਰਿਹਾ ਕਿ ਵਿਕਰਮ ਮਜੀਠੀਆ ਇਹ ਕਹਿ ਰਹੇ ਨੇ ਕਿ ਪਿਛਲੇ ਸਾਲ ਵਾਲੀ ਪਾਲਿਸੀ ਉਹੀ ਪਾਲਿਸੀ ਇਸ ਵਾਰੀ ਅੱਗੇ ਵਧਾਈ ਗਈ ਆ, ਉਹਦੇ ਚ ਚੇਂਜ ਨਹੀਂ ਹੈ। ਤੇ ਫਿਰ ਜਿਹੜੇ L1 ਲਾਇਸੈਂਸ ਪਿਛਲੀ ਵਾਰੀ ਸਿਰਫ 28 ਕਰੋੜ ਰੁਪਈਆ ਹੀ ਜਮ੍ਹਾਂ ਕਰਾ ਸਕੇ ਜਾਂ ਉਹਨਾਂ ਤੋਂ ਲਿਆ ਗਿਆ, ਇਸ ਵਾਰੀ ਉਹ 150 ਕਰੋੜ ਰੁਪਏ ਦੇ ਲਗਭਗ ਜਮ੍ਹਾਂ ਹੋਣਾ ਖਜ਼ਾਨੇ 'ਚ। ਇਹਦਾ ਮਤਲਬ ਹੈ ਕਿ ਹੁਣ ਤੁਹਾਨੂੰ ਈਡੀ ਦਾ ਤੇ ਸੀਬੀਆਈ ਦਾ ਤੇ ਜੇਲ੍ਹਾਂ ਦਾ ਡਰ ਪੈ ਗਿਆ। ਤੁਸੀਂ ਇਹਨੂੰ ਫੁੱਲ ਪ੍ਰੂਫ ਤਰੀਕੇ ਨਾਲ ਕਿਹਾ ਵੀ ਕਾਗਜ਼ਾਂ 'ਚ ਪਾ ਲਓ ਫਟਾਫਟ, ਇਹ ਨਾ ਹੋਵੇ ਵੀ ਸਾਡੀ ਵੀ ਬਾਂਹ ਮਰੋੜੀ ਜਾਵੇ। ਜਿਹੜਾ ਇਹ 100 ਕਰੋੜ ਤੋਂ ਵੱਧ 120 ਕਰੋੜ ਰੁਪਏ ਦੇ ਉਹ ਜ਼ਿਕਰ ਕਰ ਰਿਹਾ ਵੀ ਕਿੱਥੇ ਗਿਆ, ਕਿਹਦੀ ਜੇਬ 'ਚ ਗਿਆ ਜੇ ਖਜ਼ਾਨੇ 'ਚ ਨਹੀਂ ਆਇਆ। ਇਹ ਸਵਾਲ ਕਾਫੀ ਅਹਿਮ ਆ, ਇਹਨੂੰ ਜ਼ਰਾ ਟਿੱਪਣੀ ਇੱਥੇ ਦਿਓ। ਰੰਧਾਵਾ ਜੀ, ਜਦ ਵਿਕਰਮ ਸਿੰਘ ਮਜੀਠੀਆ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਨੇ ਨਾ ਤੇ ਏਦਾਂ ਲੱਗਦਾ ਕਿ ਸਰਕਾਰ ਦਾ ਹੀ ਮੰਤਰੀ ਪ੍ਰੈਸ ਕਾਨਫਰੰਸ ਕਰ ਰਿਹਾ, ਕਿਉਂਕਿ ਉਹਨਾਂ ਦੇ ਹੱਥ 'ਚ ਜਿਹੜੀ ਫਾਈਲ ਹੁੰਦੀ ਹੈ ਨਾ ਉਹਦੇ ਵਿੱਚ ਫਲੈਗ ਜੇ ਲੱਗੇ ਹੁੰਦੇ ਨੇ ਔਰ ਲੱਗਦਾ ਸੈਕਟਰੀਏਟ ਤੋਂ ਸਿੱਧਾ ਫਾਈਲ ਉਹਨਾਂ ਕੋਲ ਆਈ। ਇਹ ਗੱਲ ਗੌਰ ਕਰਨ ਵਾਲੀ ਹੈ। ਔਰ ਇੱਕ ਸਰਕਾਰ ਦੀ ਪਾਲਿਸੀ ਨੂੰ ਏਦਾਂ ਡਿਫਾਈਨ ਕਰਦੇ ਨੇ, ਇੱਥੇ ਤੱਕ ਕਿ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਐਕਸਾਈਜ਼ ਕਮਿਸ਼ਨਰ ਨੇ ਫਲਾਣੇ ਆਰਡਰ ਦੇ ਰਾਹੀਂ ਇੱਕ ਕਮੇਟੀ ਬਣਾਈ ਸੀ, ਜਿਹੜਾ 120 ਕਰੋੜ ਦਾ ਗੈਪ ਹੈ ਉਹ ਕਿੱਥੇ ਹੈ ਔਰ ਕਿਉਂ ਹੈ, ਉਹ ਹਜੇ ਤੱਕ ਕਮੇਟੀ ਦੀ ਰਿਪੋਰਟ ਨਹੀਂ ਆਈ। ਇਹ ਤਾਂ ਕੋਈ ਅੰਦਰ ਵਾਲਾ ਬੰਦਾ ਹੀ ਦੱਸ ਸਕਦਾ ਹੈ। ਚਲੋ ਇਹਨਾਂ ਗੱਲਾਂ ਨੂੰ ਛੱਡੋ। ਰਾਕੇਸ਼ ਚੌਧਰੀ ਜਿਹੜਾ ਮਾਈਨਿੰਗ ਕੰਟਰੈਕਟਰ ਸੀਗਾ, ਜਿਹਨੂੰ ਇੱਕ ਤਰੀਕੇ ਨਾਲ ਪੀਓ ਵੀ ਡਿਕਲੇਅਰ ਕੀਤਾ ਗਿਆ ਸੀ, ਪੀਓ ਡਿਕਲੇਅਰ ਕਰਨ ਦੇ ਉੱਤੇ ਕਨਫਿਊਜ਼ਨ ਜ਼ਰੂਰ ਸੀ, ਪਰ ਸਰਕਾਰ ਨੇ ਇਹ ਜਵਾਬ ਦਿੱਤਾ ਸੀਗਾ ਕਿ ਸਟੇ ਮਿਲਿਆ ਹੋਇਆ ਰਾਕੇਸ਼ ਚੌਧਰੀ ਨੂੰ, ਇਸ ਕਰਕੇ ਉਹਨੂੰ ਦੁਬਾਰਾ ਕੰਟਰੈਕਟ ਦਿੱਤੇ ਨੇ। ਉਹਦੇ ਉੱਤੇ ਵੀ ਸਵਾਲ ਉਹਨਾਂ ਨੇ ਉਠਾਏ ਕਿ ਦੱਸੋ ਕਿੱਥੇ ਹੈ ਸਟੇ। ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਲਾਏ ਹੋਏ ਇਲਜ਼ਾਮਾਂ ਦੀ ਜਦ ਅਸੀਂ ਗੱਲ ਕਰਦੇ ਹਾਂ, ਸਾਨੂੰ ਲੱਗਦਾ ਕਿ ਵੀ ਮੁੱਖ ਮੰਤਰੀ ਆਉਣਗੇ ਤੇ ਜਵਾਬ ਦੇਣਗੇ। ਜਵਾਬ ਕੌਣ ਦਿੰਦੇ ਨੇ? ਮਲਵਿੰਦਰ ਸਿੰਘ ਕੰਗ। ਉਹ ਸਿਰਫ ਇੱਕੋ ਹੀ ਗੱਲ ਕਰਦੇ ਨੇ, ਆਹ ਤੇ ਰਿਜੈਕਟਡ ਬੰਦਾ ਹੈਗਾ ਜੀ, ਇਹ ਤੇ ਇਲੈਕਸ਼ਨ ਹਾਰਿਆ ਹੋਇਆ, ਇਹ ਤੇ ਜੇਲ੍ਹ ਵੀ ਗਿਆ ਹੋਇਆ, ਇਹ ਸਾਡੇ ਤੋਂ ਕਿੱਦਾਂ ਕੋਈ ਸਵਾਲ ਪੁੱਛ ਸਕਦਾ ਹੈ। ਹੁਣ ਇੰਨੀ ਗੱਲ ਕਰਕੇ ਗੱਲ ਬਣਦੀ ਨਹੀਂ। ਸਰਕਾਰਾਂ ਔਖੇ ਸਵਾਲਾਂ ਦਾ ਜਵਾਬ ਕਦੀ ਵੀ ਨਹੀਂ ਦਿੰਦੀ, ਭਾਵੇਂ ਉਹ ਕੇਂਦਰ ਵਾਲੀ ਸਰਕਾਰ ਲੈ ਲਓ। ਹੁਣ ਸੂਬੇ ਦੀ ਸਰਕਾਰ ਨੂੰ ਵੀ ਇਹ ਵੱਲ ਆ ਗਿਆ, ਸਵਾਲ ਔਖੇ ਹੋਣ ਤੇ ਭੱਜ ਜਾਓ
ਔਰ ਜਵਾਬ ਹੈ ਦੋ ਵੀ ਤੁਸੀਂ ਤੇ ਰਿਜੈਕਟਡ ਹੋ, ਤੁਸੀਂ ਤੇ ਜਿੱਤੇ ਹੀ ਨਹੀਂ, ਤੁਹਾਨੂੰ ਤਾਂ ਪੁੱਛਣ ਦਾ ਹੀ ਅਧਿਕਾਰ ਨਹੀਂ। ਤੁਸੀਂ ਇਹ ਦੱਸੋ, ਠੀਕ ਹੈ ਬਿਕਰਮ ਸਿੰਘ ਮਜੀਠੀਆ ਨਾ ਜਿੱਤਿਆ ਹੋਵੇ, ਪਰ ਪੰਜਾਬ ਦਾ ਸਿਟੀਜ਼ਨ ਤੇ ਹੈ, ਫਾਰਮਰ ਮਿਨਿਸਟਰ ਤੇ ਹੈ, ਸਵਾਲ ਪੁੱਛਣ ਦਾ ਹੱਕ ਹੈ। ਪਰ ਸਰਕਾਰਾਂ ਟਾਲ ਮਟੋਲ ਹਮੇਸ਼ਾ ਕਰਦੀਆਂ। ਮੁੱਖ ਮੰਤਰੀ ਕਦੀ ਵੀ ਉਹਨਾਂ ਔਖੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜਿਹਦੇ ਉੱਤੇ ਸਰਕਾਰ ਦੇ ਉੱਤੇ ਉਂਗਲ ਉੱਠਦੀ ਹੈ। ਪਰ ਉਸ ਫਾਈਲ ਦੇ ਉੱਤੇ ਗੌਰ ਕਰੋ ਜਿਹੜਾ ਉਹਨਾਂ ਦੇ ਹੱਥ 'ਚ ਫਲੈਗ ਲੱਗੀ ਹੁੰਦੀ ਹੈ। ਪੱਤਰਕਾਰਾਂ ਦਾ ਮਸਲਾ ਵੀ ਕੱਲ ਚੱਕਿਆ, ਜਿਸ ਤਰੀਕੇ ਨਾਲ ਪੱਤਰਕਾਰਾਂ ਨਾਲ ਜ਼ਿਆਦਤੀ ਹੋ ਰਹੀ ਹੈ। ਹਾਲਾਂਕਿ ਮਲਵਿੰਦਰ ਕੰਗ ਉਹਨਾਂ ਨੇ ਵੀ ਇਹਦਾ ਇੱਕ ਜਵਾਬ ਦਿੱਤਾ ਵੀ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋ ਰਹੀ, ਬਿਲਕੁਲ ਠੀਕ ਚੱਲ ਰਿਹਾ ਔਰ ਪੰਜਾਬ ਦਾ ਮਾਹੌਲ ਵੀ ਬਿਲਕੁਲ ਠੀਕ ਹੈ। ਇਹਨਾਂ ਸਾਰੀ ਗੱਲਾਂ ਦੇ ਉੱਤੇ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਦੇ ਵਿੱਚ ਆ ਜੰਗ ਸ਼ਬਦਾਂ ਦੀ ਤੇ ਤੁਰਦੀ ਹੈ, ਪਰ ਆંકੜਿਆਂ ਦੀ ਗੇਮ ਅੱਗੇ ਨਹੀਂ ਤੁਰਦੀ। ਮਾਲਵਿੰਦਰ ਕੰਗ ਤੇ ਵੀ ਕਹਿੰਦੇ ਆ ਵੀ ਜਿਹੜਾ ਟੀਵੀ ਚੈਨਲ ABP ਹੁਣ ਤੁਹਾਡੀ ਪ੍ਰੈਸ ਕਾਨਫਰੰਸ ਚਲਾ ਰਿਹਾ, ਇਹਨੂੰ ਤਾਂ ਤੁਸੀਂ ਕੇਬਲ ਤੇ ਨਹੀਂ ਆਉਣ ਦਿੱਤਾ ਇੰਨੇ ਸਾਲ। ਅੱਛਾ, ਮੈਨੂੰ ਵੀ ਥੋੜਾ ਜਿਹਾ ਯਾਦ ਆਉਂਦਾ, ਕੰਵਰ ਸੰਧੂ ਬੜੇ ਅਹਿਮ ਜਰਨਲਿਸਟ ਨੇ ਇਸ ਖਿੱਤੇ ਦੇ, ਬੜੇ ਸਤਿਕਾਰਤ ਸਹਾਫੀ ਨੇ, ਤੇ ਉਹਨਾਂ ਦਾ ਵੀ ਉਹ ਡੇ ਐਂਡ ਨਾਈਟ ਸ਼ਾਇਦ ਉਹਨਾਂ ਦਾ ਸੀ ਜਾਂ ਕੰਧਾਰੀ ਸਾਹਿਬ ਦਾ, ਉਹ ਚੈਨਲ ਵੀ ਤਾਂ ਫਿਰ ਆਪਣੀ ਮੌਤੇ ਮਰ ਗਿਆ ਕਿਉਂਕਿ ਉਹਨੂੰ ਸਰਕਾਰਾਂ ਨੇ ਅੱਗੇ ਨਹੀਂ ਵਧਣ ਦਿੱਤਾ। ਸੋ ਇਹ ਰੌਲੇ ਤਾਂ ਸਾਰਿਆਂ ਦੇ ਸਿਰ ਤੇ ਇਹ ਤਾਂ ਪੈਂਦਾ ਹੀ ਆ ਰੌਲਾ। ਮੈਂ ਇਹਦੇ 'ਚ ਦੋ ਗੱਲਾਂ ਬੜੀਆਂ ਜਿਹੜੀਆਂ ਤੁਸੀਂ ਛੇੜਤੀਆਂ, ਵੀ ਇੱਕ ਤਾਂ ਮਜੀਠੀਆ ਸਾਹਿਬ ਕੋਲ ਫਾਈਲਾਂ ਕਿੱਥੋਂ ਆਉਂਦੀਆਂ, ਉਹ ਕਹਿੰਦੇ ਮੈਂ ਹੋਮਵਰਕ ਕਰਦਾ, ਮੈਂ ਉਦਾਂ ਨਹੀਂ ਆਉਂਦਾ। ਇੱਕ ਚੀਜ਼ ਤੁਹਾਡੀਆਂ ਹੀ ਸਾਰੀਆਂ ਚੀਜ਼ਾਂ ਨੇ, ਉਹ ਕਹਿੰਦੇ ਮੇਰਾ ਕੱਖ ਨਹੀਂ, ਤੁਹਾਡੀਆਂ ਹੀ ਕੈਬਨਿਟ ਤੋਂ ਅਪਰੂਵ ਹੋਈਆਂ ਤੇ ਸਾਰੀਆਂ ਦੀਆਂ ਸਾਰੀਆਂ ਰਿਪੋਰਟਾਂ ਤੁਹਾਡੀਆਂ ਨੇ। ਲੇਕਿਨ ਇੱਕ ਚੀਜ਼, ਵਿਕਰਮ ਮਜੀਠੀਆ ਬਾਰੇ ਜਿੰਨੀ ਕਿ ਮੈਨੂੰ ਪਤਾ, ਉਹ ਦਾਰੂ ਨੂੰ ਹੱਥ ਵੀ ਨਹੀਂ ਲਾਉਂਦੇ, ਸ਼ਰਾਬ ਨਹੀਂ ਪੀਂਦੇ, ਈਵਨ ਉਹਨਾਂ ਦੀ ਫੈਮਿਲੀ 'ਚ ਵੀ ਕੋਈ ਨਹੀਂ ਨਸ਼ੇ ਦੇ ਨੇੜੇ ਜਾਂਦਾ, ਇਹ ਦੱਸਿਆ ਜਾਂਦਾ। ਲੇਕਿਨ ਸ਼ਰਾਬ ਦੀ ਸਮਝ ਉਹਨਾਂ ਨੂੰ ਬਹੁਤ ਆ, ਇਸ ਕਾਰੋਬਾਰ 'ਚ ਉਹਨਾਂ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਨੇ। ਮੈਨੂੰ ਲੱਗਦਾ ਉਹਨਾਂ ਨੂੰ ਕਾਫੀ ਪਤਾ ਹੈ ਇਹ ਕਾਰੋਬਾਰ ਸਿੱਧੇ ਤਰੀਕੇ ਨਾਲ ਮਜੀਠੀਆ ਸਾਹਿਬ ਦੀ ਮਨ ਭਾਉਂਦਾ ਵਿਸ਼ਾ ਲੱਗਦਾ ਹੈ। ਮਨ ਭਾਉਂਦਾ ਤਾਂ ਵੈਸੇ ਸਿਆਸਤਦਾਨਾਂ ਦਾ ਕਾਫੀ ਵਿਸ਼ਾ ਹੈ। ਸੋ ਵੇਖਣ ਵਾਲੀ ਗੱਲ ਆ ਵੀ ਆਪਾਂ ਕਦੋਂ ਇਹਦੇ 'ਚ ਸ਼ਾਮਲ ਭਾਸਕਰ ਸਾਹਿਬ ਹੋਣਾ, ਆਪਾਂ ਵੀ ਏਦਾਂ ਚੈੱਕ ਚੁੱਕ ਕਰੀਏ ਇਹਨੂੰ। ਚਲੋ ਮੈਂ ਹਾਸਾ ਠੱਠਾ ਕਰਦਾ। ਇੰਦਰਪ੍ਰੀਤ ਜੀ, ਸਰਕਾਰ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਮੁੱਖ ਮੰਤਰੀ ਹੁੱਬ ਕੇ ਕਹਿ ਰਹੇ ਸੀਗੇ ਕਿ ਅਸੀਂ 41% ਤਾਂ ਵਾਧਾ ਕੀਤਾ ਹੈ, ਤੇ ਇਹਨੂੰ ਵੀ ਹਲਕਾ ਜਿਹਾ ਟੱਚ ਵੀ ਦਿਓ ਜ਼ਰਾ ਕਿ ਸਰਕਾਰ ਦੀਆਂ ਪ੍ਰਾਪਤੀਆਂ 'ਚ ਵਿਲੱਖਣਤਾ ਕੀ ਹੈ। ਰੰਧਾਵਾ ਸਾਹਿਬ ਦੇਖੋ, ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਸੀ ਸਟਾਰਟਿੰਗ ਦੇ ਵਿੱਚ ਕਿ ਕਲੇਮਸ ਹੀ ਨੇ। ਦੇਖੋ ਇਹਦੇ ਵਿੱਚ ਵੀ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਕਿ ਸਾਡਾ ਰੈਵਨਿਊ ਬਹੁਤ ਵੱਧ ਗਿਆ, ਦੇਖੋ 41% ਵਾਲਾ ਤਾਂ ਮੈਨੂੰ ਲੱਗਦਾ ਵਿਕਰਮ ਮਜੀਠੀਆ ਹੋਰਾਂ ਨੇ ਕਲੀਅਰ ਕਰਤਾ। ਇਹਦੇ ਵਿੱਚ ਕੋਈ 41% ਤਾਂ ਹੈ ਨਹੀਂ ਹੈ, ਇਹਨੂੰ ਆਪਾਂ ਛੱਡ ਦਈਏ ਜੇ। ਲੇਕਿਨ ਬਾਕੀ ਦੇ ਜਿਹੜੇ ਹੈਗੇ ਆ, ਖਾਸ ਤੌਰ ਤੇ ਮੈਂ ਤੁਹਾਨੂੰ ਧਿਆਨ ਸਿਰਫ GST ਵੱਲ ਦੇਵਾਂ। GST ਪਿਛਲੇ ਸਾਲ ਵੀ ਜਿਹੜਾ ਹੈਗਾ ਉਹ ਕਲੇਮ ਕੀਤਾ ਗਿਆ ਸੀ ਕਿ 20,000 ਕਰੋੜ ਆਏਗੀ। ਮੈਂ ਬਾਰ-ਬਾਰ ਇਸ ਮੰਚ, ਤੁਹਾਡੇ ਮੰਚ ਤੇ ਹੀ ਘੱਟੋ ਘੱਟ 3 ਵਾਰੀ ਇਹ ਕਹਿ ਚੁੱਕਿਆ ਕਿ GST ਦੇ ਉੱਤੇ ਸਾਨੂੰ ਗਵਰਨਮੈਂਟ ਆਫ ਇੰਡੀਆ ਨਾਲ ਵੱਡਾ ਇੱਕ ਮਸਲਾ ਉਠਾਉਣਾ ਚਾਹੀਦਾ ਹੈ ਕਿ GST ਸਾਡੀ ਵੈਟ ਦੇ ਮੁਕਾਬਲੇ ਜਿਹੜੀ ਹੈਗੀ ਹੈ ਪ੍ਰਪੋਰਸ਼ਨ ਨੇ ਅਨੁਪਾਤ ਦੇ ਵਿੱਚ ਉਹ ਘਟ ਰਹੀ ਹੈ, ਵੱਧ ਨਹੀਂ ਰਹੀ ਹੈਗੀ। ਸਾਡਾ 18,000 ਕਰੋੜ ਇਹਨਾਂ ਨੇ ਦਿਖਾਇਆ ਕਿ 18,000 ਕਰੋੜ ਆਇਆ, ਔਰ ਪਿਛਲੇ ਸਾਲ 15,000 ਕਰੋੜ ਸੀ, ਯਾਨੀ ਕਿ 3,000 ਕਰੋੜ ਦਾ ਵਾਧਾ ਹੈਗਾ, 2600 ਕਰੋੜ ਦਾ ਹੈਗਾ ਐਕਚੁਅਲੀ ਵਾਧਾ। ਪਰ ਜੇ ਤੁਸੀਂ ਬਿਲਕੁਲ ਗਵਾਂਢੀ ਸੂਬਾ ਹਰਿਆਣਾ ਦੇਖੋ, ਸਾਡੇ ਚੋਂ ਸਾਈਜ਼ 'ਚ ਬੇਸ਼ ਛੋਟਾ ਹੈ, ਪਰ ਉਹਦੀ ਤੁਹਾਨੂੰ ਪਤਾ ਹੈ ਰੰਧਾਵਾ ਸਾਹਿਬ, ਉਹਦੀ GST ਕਿੰਨੀ ਹੈ? ਉਹਦੀ GST 65,000 ਕਰੋੜ ਹੈ, ਯਾਨੀ ਕਿ ਸਾਡੇ ਨਾਲੋਂ 3.5 ਗੁਣਾ ਜ਼ਿਆਦਾ। ਅਸੀਂ ਕੋਈ ਕਲੇਮ ਕਰ ਸਕਦੇ ਹਾਂ ਇਹ ਚੀਜ਼ਾਂ ਵੀ ਯਾਰ ਅਸੀਂ ਬਹੁਤ ਵਾਧਾ ਕਰਤਾ? ਹਾਂ, ਤੁਸੀਂ ਉਹਦੇ ਨੇੜੇ ਤੇੜੇ ਚਲੇ ਜਾਂਦੇ, ਅੱਧਾ ਚਲੇ ਜਾਂਦੇ ਵੀ 20,000 ਦੀ ਬਜਾਏ ਅਸੀਂ 33,000 ਕਰਤਾ ਜੀ, ਫਿਰ ਤਾਂ ਠੀਕ ਹੈ, ਬਹੁਤ ਵੱਡਾ ਕਲੇਮ ਹੁੰਦਾ ਸੀ। ਦੇਖੋ ਜੀ, ਸਾਨੂੰ ਸਿਰਫ ਇੱਕੋ ਸਾਲ ਮਿਲਿਆ ਤੇ ਅਸੀਂ ਇੱਕੋ ਸਾਲ 'ਚ 33,000 ਕਰੋੜ ਕਰਤਾ। ਜਿਹੜਾ ਇਹ ਵਾਲਾ ਵਾਧਾ ਹੈ ਨਾ ਜੀ, ਇਹ ਵਾਲਾ ਵਾਧਾ ਤਾਂ ਬਿਲਕੁਲ ਜੇ ਕੋਈ ਕੰਮ ਵੀ ਨਾ ਕਰੋ ਤੁਸੀਂ ਤਾਂ ਵੀ ਹੋਣਾ ਹੈ, ਕਿਉਂਕਿ 7% ਹਰ ਸਾਲ ਮਹਿੰਗਾਈ ਵੱਧਦੀ ਹੈ, ਉਹਦੇ ਨਾਲ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਨੇ, ਉਹ ਆਪਣੇ ਆਪ ਹੀ 7% ਤੁਹਾਡੇ ਕੋਲ ਵੱਧ ਕੇ ਆਣਾ ਹੈ। ਇਹਦੇ 'ਚ ਕੁਝ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਜਿਹੜੇ ਵਾਧੇ ਨੇ ਨਾ, ਇਹ ਬਹੁਤ ਇਸ ਤਰ੍ਹਾਂ ਦੇ ਦਿਖਾਏ ਹੋਏ ਨੇ ਜਿਵੇਂ ਬਹੁਤ ਜ਼ਿਆਦਾ ਹੋਏ ਨੇ, ਲੇਕਿਨ ਐਕਚੁਅਲ 'ਚ ਇਹ ਕੁਝ ਨਹੀਂ ਹੈਗਾ। GST ਉਹਨਾਂ ਸਟੇਟਾਂ 'ਚ ਸਭ ਤੋਂ ਜ਼ਿਆਦਾ ਵਧਣੀ ਸੀ ਜਿੱਥੇ ਖਪਤ ਜ਼ਿਆਦਾ ਹੈ। ਮੈਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਪਾ ਰਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਖਪਤ ਹੋਣ ਦੇ ਬਾਵਜੂਦ, ਚਾਹੇ ਅਸੀਂ ਪਰ ਕੈਪੀਟਾ ਇਨਕਮ ਥੱਲੇ ਚਲੇ ਗਏ 16ਵੇਂ-17ਵੇਂ ਨੰਬਰ ਤੇ, ਪਰ ਖਪਤ ਦੇ ਮਾਮਲੇ 'ਚ ਅੱਜ ਵੀ ਅਸੀਂ ਦੂਜੇ ਜਾਂ ਤੀਜੇ ਨੰਬਰ ਤੇ ਆ ਪੂਰੇ ਕੰਟਰੀ ਦੇ ਵਿੱਚ। ਤਾਂ ਫਿਰ ਸਾਡੇ GST ਜਾ ਕਿੱਥੇ ਰਹੀ ਹੈ? ਮੈਂ ਉਹੀ ਕਿਹਾ, ਫਿਰ ਲੀਕੇਜ, ਫਿਰ ਇਹ ਕਿੱਥੇ ਮਿਸਮੈਨੇਜਮੈਂਟ ਆ, ਕੀ ਕਾਰਨ? ਇਹਦੇ ਵਿੱਚ ਬਹੁਤ ਵੱਡੀ ਲੀਕੇਜ ਹੈਗੀ ਹੈ। ਔਰ ਮਨਪ੍ਰੀਤ ਬਾਦਲ ਹੋਣੀ ਵੀ ਪਿਛਲੇ 5 ਸਾਲ ਤੱਕ ਗਵਰਨਿੰਗ ਜਿਹੜੀਆਂ ਕੌਂਸਲ ਦੀਆਂ ਮੀਟਿੰਗਾਂ ਸੀਗੀਆਂ ਇਹਨਾਂ ਦੀਆਂ
GST ਕਾਉਂਸਲ ਦੀਆਂ ਮੀਟਿੰਗਾਂ, ਉਹਦੇ 'ਚ ਰੌਲਾ ਪਾਉਂਦੇ ਰਹੇ ਹੈ ਕਿ ਪੰਜਾਬ ਨੂੰ ਇੱਕ ਸਟੱਡੀ ਕੇਸ ਬਣਾ ਕੇ ਇਹਦੇ ਤੇ ਸਟੱਡੀ ਕਰੋ ਕਿ ਸਾਨੂੰ ਰੈਵਨਿਊ ਕਿਉਂ ਨਹੀਂ ਆ ਰਿਹਾ ਹੈਗਾ, ਕਿੱਥੇ ਕਿੱਥੇ ਲੀਕੇਜ ਹੈਗੀ ਹੈ ਸਾਨੂੰ ਵੀ ਦੱਸਿਆ ਜਾਏ ਤੇ ਤੁਸੀਂ ਆਪ ਵੀ ਕਰੋ ਇਹ ਗੱਲ। ਇਹ ਦੇਖੋ, ਇਹ ਹਜੇ ਤੱਕ ਮੈਨੂੰ ਲੱਗਦਾ ਕਿ ਗਵਰਨਮੈਂਟ ਆਫ ਇੰਡੀਆ ਨੇ ਇਸ ਵੱਲ ਕੋਈ ਕਦਮ ਨਹੀਂ ਚੁੱਕਿਆ। ਇਸ ਤੇ ਚੱਕਿਆ ਜਾਣਾ ਚਾਹੀਦਾ ਹੈ, ਚਾਹੇ ਹੁਣ ਇਹ ਨਵੀਂ ਸਰਕਾਰ ਆਈ ਹੈ, ਇਹ ਨਵੀਂ ਸਰਕਾਰ ਉੱਥੇ ਇਹ ਜ਼ੋਰ ਪਾਵੇ, ਕਿਉਂਕਿ ਹੁਣ ਸਾਰਾ ਹੈ ਹੀ ਉਹਨਾਂ ਕੋਲੇ ਜੀ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ, ਅਸੀਂ ਤਾਂ ਸਿਰਫ ਕਲੈਕਸ਼ਨ ਕਰਕੇ ਉਹਨਾਂ ਨੂੰ ਦਿੰਦੇ ਹਾਂ। ਤੇ ਇਸੇ ਤਰ੍ਹਾਂ ਹੀ ਜਿਹੜੀ ਇੱਕ ਅੱਛਾ ਬਸ ਮੈਨੂੰ ਇਹਦੇ 'ਚ ਲੱਗਿਆ, ਹਾਲਾਂਕਿ ਮੈਨੂੰ ਨਹੀਂ ਪਤਾ ਕਿ ਸਰਕਾਰ ਉਹਨੂੰ ਮੇਨਟੇਨ ਕਿਵੇਂ ਕਰ ਪਈ, ਸਸਟੇਨ ਕਰ ਪਾਏਗੀ ਨਹੀਂ ਕਰ ਪਾਏਗੀ। ਜਿਹੜਾ ਉਹਨਾਂ ਨੇ ਕਿਹਾ ਕਿ 20,200 ਕਰੋੜ ਰੁਪਏ ਦੀ ਜਿਹੜੀ ਬਿਜਲੀ ਸਬਸਿਡੀ ਹੈ ਉਹ ਅਸੀਂ ਪੂਰੀ ਦੀ ਪੂਰੀ ਦੇਤੀ ਹੈ, ਜਿਹੜੀ ਸਾਡੇ ਹਿੱਸੇ ਦੀ ਸੀ। ਮਤਲਬ ਕਿ ਇਸ ਸਰਕਾਰ ਨੇ ਜਿਹੜੀ 20,000 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਤੈਅ ਕੀਤੀ ਸੀ, ਉਸ 'ਚ 9,000 ਕਰੋੜ ਰੁਪਏ ਕਿਸਾਨਾਂ ਦੀ, 8,000 ਕਰੋੜ ਰੁਪਇਆ ਜਿਹੜੀ ਇਹ ਹੈਗੀ ਹੈ ਡੋਮੈਸਟਿਕ ਵਾਲੀ ਹੈ, 2,900 ਕਰੋੜ ਰੁਪਇਆ ਇੰਡਸਟਰੀ ਵਾਲੀ ਹੈ, ਇਹ ਸਾਰੀਆਂ ਮਿਲਾ ਕੇ ਜਿਹੜੀਆਂ 20,000 ਕਰੋੜ ਬਣਦਾ ਹੈ ਉਹ ਅਸੀਂ ਦੇਤਾ। ਪਰ ਮੈਨੂੰ ਇਹ ਲੱਗਦਾ ਹਜੇ ਵੀ ਮੇਰਾ ਸ਼ੱਕ ਹੈ, ਕਿਉਂਕਿ ਮੈਂ ਕੋਈ ਰੈਵਨਿਊ ਦਾ ਐਕਸਪਰਟ ਨਹੀਂ ਹਾਂ, ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਇਸ ਸਾਲ ਕਿਉਂਕਿ ਸਾਡੇ ਕੋਲੇ ਰੰਧਾਵਾ ਸਾਹਿਬ ਇੱਕ ਨਾ ਵਿੰਡੋ ਸੀ ਜੋ ਪਿਛਲੀ ਸਰਕਾਰਾਂ ਦੀ ਕੈਰੀ ਫਾਰਵਰਡ ਕੀਤੀ ਹੋਈ ਸੀ ਕਰਜ਼ ਲੈਣ ਦੀ, ਉਹ ਵਿੰਡੋ ਦਾ ਫਾਇਦਾ ਉਠਾ ਕੇ ਇਸ ਵਾਰ ਅਸੀਂ ਕਰਜ਼ ਵੀ ਜ਼ਿਆਦਾ ਲਿੱਤਾ ਹੈ ਉਹਨੇ ਪ੍ਰਪੋਰਸ਼ਨੇਟ 'ਚ। ਸ਼ਾਇਦ ਉਸ ਕਰਕੇ ਅਸੀਂ ਉਹ ਜਿਹੜੀ 20,000 ਕਰੋੜ ਦੀ ਸਬਸਿਡੀ ਹੈ ਉਹ ਇਨ ਟਾਈਮ ਦੇਣ ਦੇ ਕਾਬਲ ਹੋਏ ਆ। ਪਲੱਸ ਇਹਦੇ ਵਿੱਚ ਇੱਕ ਹੋਰ ਸੀਗਾ, ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਇੱਕ ਸਾਨੂੰ ਸਕੀਮ ਦਿੱਤੀ ਹੈ ਬਿਜਲੀ ਬੋਰਡ ਨੂੰ ਬਹੁਤ ਵੱਡੀ, ਉਹ 25,000 ਕਰੋੜ ਰੁਪਏ ਦਾ ਮਤਲਬ ਪ੍ਰੋਜੈਕਟ ਹੈ, ਜਿਹੜਾ ਹਰ ਸਾਲ ਲਗਭਗ 5,000 ਕਰੋੜ ਰੁਪਇਆ ਆਏਗਾ, ਔਰ ਉਸ 'ਚ ਬਹੁਤ ਵੱਡੀ ਤਾਦਾਦ ਜਿਹੜੀ ਹੈ ਉਹ ਗ੍ਰਾਂਟ ਦੀ ਹੈ। ਪਰ ਉਹਦੇ 'ਚ ਸ਼ਰਤ ਸਿਰਫ ਇੱਕੋ ਹੀ ਹੈ ਕਿ ਜਿਹੜੀ ਤੁਸੀਂ ਬਿਜਲੀ ਬੋਰਡ ਨੂੰ ਸਬਸਿਡੀ ਦਿੰਦੇ ਹੋ ਉਹ ਇਨ ਬਿਨ ਪੂਰੀ ਹੋਣੀ ਚਾਹੀਦੀ ਹੈ, ਉਹ ਜ਼ੀਰੋ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਐਂਡ ਆਫ ਦਾ ਡੇਟ ਈਅਰ ਦੀ ਜਿਹੜੀ ਡੇਟ ਹੁੰਦੀ ਹੈ ਉਹਦੇ 'ਚ ਤੁਹਾਡੀ ਉਹ ਖੜੀ ਰਹੇ, ਉਹ ਜਦ ਤੱਕ ਤੁਸੀਂ ਕਲੀਨ ਸਲੇਟ ਨਹੀਂ ਦੋਗੇ ਅਸੀਂ ਉਹ ਪੈਸਾ ਨਹੀਂ ਦਾਂਗੇ। ਮੈਨੂੰ ਇੱਕ ਇਹ ਲੱਗਦਾ ਕਿ ਉਹ ਗ੍ਰਾਂਟ ਲੈਣ ਲਈ ਵੀ ਸ਼ਾਇਦ ਇਹ ਜਿਹੜੀ ਹੈਗੀ ਹੈ ਸਬਸਿਡੀ ਪੂਰੀ ਦਿੱਤੀ ਗਈ ਹੈ। ਪਰ ਜੇ ਹੁਣ ਸਾਡੀ ਵਿਆਜ ਵਾਲੀ ਜਿਹੜੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਜ਼ਿਆਦਾ ਵਿਆਜ ਲੈ ਸਕਦੇ ਸੀ, ਉਹ ਵਿੰਡੋ ਹੌਲੀ ਹੌਲੀ ਹੁਣ ਖਤਮ ਹੋ ਰਹੀ ਹੈ। ਹੁਣ ਉਸ ਤੋਂ ਅਗਰ ਉਹ ਸਾਨੂੰ ਵਿਆਜ ਵੀ ਨਹੀਂ ਮਿਲੂਗਾ, GST ਦਾ ਮੁਆਵਜ਼ਾ ਰਾਸ਼ੀ ਜਿਹੜੀ ਸਾਨੂੰ 14% ਮਿਲਦੀ ਸੀ 16% ਉਹ ਗਵਰਨਮੈਂਟ ਆਫ ਇੰਡੀਆ ਨੇ ਬੰਦ ਕਰਤੀ ਹੈ। ਫਿਰ ਔਰ GST ਸਾਡਾ ਐਡਾ ਵੱਧ ਨਹੀਂ ਰਿਹਾ। ਇਹ ਸਾਰੇ ਦੇ ਵਿੱਚ ਦੇਖਦੇ ਹੋਏ ਕੀ ਅਸੀਂ ਇਹਨੂੰ ਇਸ ਸਾਲ ਜਾਂ ਇਸ ਤੋਂ ਅਗਲੇ ਸਾਲ ਸਸਟੇਨ ਕਰ ਪਾਵਾਂਗੇ ਇਸ ਸਬਸਿਡੀ ਨੂੰ, ਇਹ ਮੇਰਾ ਇੱਕ ਵੱਡਾ ਸਵਾਲ ਹੈ ਔਰ ਮੇਰੀ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਫਾਹ ਹੀ ਕਿਉਂ ਲੈਂਦੀਆਂ। ਇਹ 20,000 ਕਰੋੜ ਰੁਪਈਆ ਜਿਹੜਾ ਹੈ, ਇਹ 20,000 ਕਰੋੜ ਰੁਪਇਆ ਲੋਕਾਂ ਦੇ ਬੋਝ ਸੀਗਾ, ਲੋਕਾਂ ਨੇ ਦੇਣਾ ਸੀ। ਹੁਣ ਤੁਸੀਂ ਕਿਸੇ ਹੋਰ ਪਾਸਿਓਂ ਟੈਕਸ ਲਾ ਕੇ ਜਾਂ ਕਰਜ਼ਾ ਚੁੱਕ ਕੇ ਲੋਕਾਂ ਦੇ ਸਿਰ ਤੇ ਹੀ ਪਾਓਗੇ। ਸੋ ਇਹ ਬੜੀ ਹਾਸੋਹੀਣੀ ਸਥਿਤੀ ਹੈ। ਤੇ ਦੂਜੀ ਗੱਲ ਇਹ ਵੀ ਬੜੀ ਕਿ ਕਿਹੜੀ ਪ੍ਰਾਪਤੀ ਹੈ, ਤੁਸੀਂ 20,000 ਕਰੋੜ ਰੁਪਇਆ ਆਪਣੀ ਇੱਕ ਜਿਹੜਾ ਉਹ ਸਬਸਿਡਰੀ ਨੂੰ, ਆਪਣੀ ਇੱਕ ਐਸੋਸੀਏਸ਼ਨ ਨੂੰ ਦੇ ਰਹੇ ਹੋ, ਆਪਣੀ ਇੱਕ ਨਿਗਮ ਨੂੰ ਦੇ ਰਹੇ ਹੋ, ਤੇ ਇਹਦੇ ਵਿੱਚ ਲੋਕਾਂ ਨੂੰ ਦਿਖਾਉਣ ਵਾਲੀ ਤੇ ਕੋਈ ਗੱਲ ਨਹੀਂ। ਪਿਛਲੇ ਵਾਲੇ ਨਹੀਂ ਦੇ ਸਕੇ, ਤੁਸੀਂ ਦੇ ਦਿੱਤੇ, ਅਗਲਿਆਂ ਨੇ ਦੇਣੇ ਕਿ ਨਹੀਂ, ਇਹਦਾ ਕੀ ਲੈਣ ਦੇਣਾ? ਇਹ ਤਾਂ ਤੁਹਾਡਾ ਸਿਰ ਹੈ, ਤੁਹਾਡੀ ਪੀੜਾ, ਤੁਸੀਂ ਆਪਣੇ ਆਪ ਅਨਾਉਂਸਮੈਂਟਸ ਕੀਤੀਆਂ, ਹੁਣ ਭੁਗਤੋ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ। ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਰੰਧਾਵਾ ਸਾਹਿਬ ਬੜੀ ਇੱਕ ਇੰਪੋਰਟੈਂਟ ਗੱਲ ਸੀਗੀ, ਜਦ ਭਗਵੰਤ ਮਾਨ ਉਹਨਾਂ ਇਸ ਗੱਲ ਨੂੰ ਕਲੇਮ ਕਰ ਰਹੇ ਸੀ 20,200 ਕਰੋੜ ਰੁਪਏ ਅਸੀਂ ਬਿਜਲੀ ਬੋਰਡ ਨੂੰ ਦੇ ਦਿੱਤੇ। ਹਾਲਾਂਕਿ ਉਹਨਾਂ ਨੇ ਪਹਿਲੇ ਨਾਂ ਲਿਆ ਸੀ PSPCL, ਕਹਿੰਦੇ ਬੜਾ ਵੱਡਾ ਨਾਂ ਹੈ, ਆਪਾਂ ਤੇ ਬਿਜਲੀ ਬੋਰਡ ਹੀ ਕਹਿਣਾ। ਜੇ ਉਹਦੇ ਨਾਲ ਇਸ ਗੱਲ ਦੀ ਕਨਫਰਮੇਸ਼ਨ ਵਾਸਤੇ ਉਹਨਾਂ ਨੇ ਆਪਣੇ ਸੱਜੇ ਪਾਸੇ ਬਿਠਾਏ ਹੋਏ ਸੀ ਕਿ ਬਲਦੇਵ ਸਿੰਘ ਸਰਾ ਜਿਹੜੇ ਚੇਅਰਮੈਨ ਨੇ ਬਿਜਲੀ ਬੋਰਡ ਦੇ, ਔਰ ਉਹਨਾਂ ਤੋਂ ਇਹ ਗੱਲ ਕਹਾਈ। ਪਹਿਲੇ ਇਹਨਾਂ ਨੇ ਇਹ ਗੱਲ ਕਹੀ ਕਿ 20,200 ਕਰੋੜ ਰੁਪਏ ਦੇ ਦਿੱਤੇ, ਜਿੱਦਾਂ ਕੋਈ ਥਾਣੇਦਾਰ ਹੁੰਦਾ ਨਾ, ਦੋ ਪਾਰਟੀਆਂ ਦੇ ਵਿੱਚ ਸਮਝੌਤਾ ਕਰਾਉਣ ਤੋਂ ਬਾਅਦ ਕੰਪਲੇਨੈਂਟ ਤੋਂ ਇਹ ਬਿਆਨ ਦਵਾਉਂਦਾ ਵੀ ਪੈਸੇ ਮਿਲ ਗਏ ਤੁਹਾਨੂੰ, ਤੇ ਉਸ ਤਰੀਕੇ ਨਾਲ ਬਲਦੇਵ ਸਿੰਘ ਸਰਾ ਉਹਨਾਂ ਨੇ ਕਿਹਾ ਹਾਂਜੀ ਮਿਲ ਗਏ। ਇਸ ਗੱਲ ਦੀ ਲੋੜ ਕਿਉਂ ਪਈ? ਇਸ ਗੱਲ ਦੀ ਲੋੜ ਇਸ ਕਰਕੇ ਪਈ, ਹਰਪਾਲ ਸਿੰਘ ਚੀਮਾ ਉਹਨਾਂ ਨੇ ਪਿੱਛੇ ਕੁਝ ਇੱਕ ਬਿਆਨ ਦਿੱਤਾ ਸੀਗਾ ਕਿ ਬਿਜਲੀ ਬੋਰਡ ਦਾ ਅਸੀਂ ਇੱਕ ਪੈਸਾ ਨਹੀਂ ਦੇਣਾ। ਅਗਲੇ ਦਿਨ ਤਮਾਮ ਅਪੋਜੀਸ਼ਨ ਪਾਰਟੀਆਂ ਨੇ ਹਮਲੇ ਬੋਲਤੇ ਸੀ ਵੀ ਦੇਖੋ ਇੰਨੇ ਪੈਸੇ ਦੇਣੇ ਆ, ਬਿਜਲੀ ਬੋਰਡ ਆਪ ਕਹਿੰਦਾ ਹੈ। ਇਸ ਕਰਕੇ ਐਤਕੀ ਜਿਹੜਾ ਕੰਪਲੇਨੈਂਟ ਨੂੰ ਨਾਲ ਹੀ ਲੈ ਕੇ ਆਏ ਤੇ ਨਾਲ ਹੀ ਕਹਾਤਾ ਕਿ ਵੀ ਦੇਤਾ। ਔਰ ਹੁਣ ਸਰਾ ਸਾਹਿਬ ਇਹ ਗੱਲ ਕਹਿਣ ਤੋਂ ਬਾਅਦ ਕੁਝ ਅੱਗੇ ਵਧਦੇ ਨੇ, ਉਹ ਕਹਿੰਦੇ ਨੇ 20,200 ਕਰੋੜ ਰੁਪਏ ਸਾਨੂੰ ਮਿਲ ਗਏ, ਪਰ ਹਾਂ 9,000 ਦੇ ਕਰੀਬ ਕਰੋੜ ਦੀ ਪਿਛਲੀ ਕੋਈ ਸਬਸਿਡੀ ਪੈਂਡਿੰਗ ਹੈਗੀ ਹੈ, ਉਹਦੀ ਆਪਾਂ ਇਹਨਾਂ ਨਾਲ ਕਿਸ਼ਤਾਂ ਮੰਗਵਾ ਲਈ ਔਰ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਉਹ ਕਿਸ਼ਤਾਂ ਵੀ ਟਾਈਮ ਤੇ ਦੇਵਾਂਗੇ। ਯਾਨੀ ਸਰਾ ਸਾਹਿਬ ਵੀ ਆਪਣਾ ਕੰਮ ਕਰ ਗਏ, ਭਗਵੰਤ ਮਾਨ ਉਹਨਾਂ ਵੀ ਆਪਣਾ ਕੰਮ ਕਰ ਗਏ, ਔਰ ਕੰਪਲੇਨੈਂਟ ਤੋਂ ਵੀ ਇਹ ਕਹਾਤਾ 20,200 ਕਰੋੜ ਸਾਡੇ ਖਾਤੇ 'ਚ ਪੈ ਗਏ। ਇਸ ਗੱਲ ਦੀ ਲੋੜ ਇਸ ਕਰਕੇ ਪਈ ਕਿ ਕਈ ਵਾਰ ਸਰਕਾਰ ਜੋ ਅਨਾਉਂਸਮੈਂਟ ਕਰਦੀ ਹੈ ਉਹਦੇ ਉੱਤੇ ਮਜੀਠੀਆ ਸਾਹਿਬ ਜਾਂ ਕੋਈ ਹੋਰ
ਵਿਰੋਧੀ ਪਾਰਟੀ ਦਾ ਲੀਡਰ ਕਿੰਤੂ ਪਰੰਤੂ ਕਰ ਦਿੰਦਾ ਹੈ, ਤੇ ਇਹ ਕਿੰਤੂ ਪਰੰਤੂ ਕੰਪਲੇਨੈਂਟ ਤੋਂ ਘੁਆ ਕੇ ਮੁੱਦਾ ਹੀ ਖਤਮ ਕਰੀਏ ਵੀ ਮਿਲ ਗਏ। ਦੇਖੋ ਅਦਾਰੇ ਅੰਦਰੋਂ ਵੀ ਰਿਪੋਰਟਾਂ ਛਾਇਆ ਕਰਵਾ ਲੈਂਦੇ ਆ, ਵੱਡੀਆਂ ਵੱਡੀਆਂ ਰਿਪੋਰਟਾਂ ਪ੍ਰਕਾਸ਼ਿਤ ਅਖਬਾਰਾਂ 'ਚ ਵੀ ਹੋ ਜਾਂਦੀਆਂ, ਚਲੋ ਵਿਰੋਧੀ ਧਿਰਾਂ ਤੇ ਬਾਅਦ 'ਚ ਉੱਥੋਂ ਚੱਕ ਚੁੱਕ ਕੇ ਮੁੱਦਾ ਬਣਾਉਂਦੀਆਂ। ਸਾਡੇ ਜਰਨਲਿਸਟ ਮਿੱਤਰ ਵੀ ਬਹੁਤ ਕੰਮ ਕਰ ਰਹੇ ਇਹਦੇ ਵਿੱਚ। ਪਰ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਪਟਿਆਲੇ ਦੀ ਮਿੱਟੀ ਨੂੰ ਕੀ ਹੋ ਗਿਆ, ਕਦੇ ਵੀਸੀ ਸਾਹਮਣੇ ਖੜੇ ਹੋ ਜਾਂਦੇ ਆ ਅਰਵਿੰਦ, ਕਦੇ ਇਹ ਸਰਾਂ ਸਾਹਿਬ ਹੌਲੀ ਜੀ ਥੱਲਿਓਂ ਦੀ ਕੁਝ ਦੱਸ ਛੱਡਦੇ ਆ। ਮੈਨੂੰ ਲੱਗਦਾ ਪਟਿਆਲੇ ਨੂੰ ਮਨਾਉਂਦਿਆਂ ਸਮਾਂ ਲੰਘ ਜਾਣਾ। ਕੈਪਟਨ ਦਾ ਪੁਰਾਣਾ ਸ਼ਹਿਰ ਹੈ। ਹਾਂਜੀ ਇੰਦਰਪ੍ਰੀਤ ਜੀ। ਨਹੀਂ, ਇਹ ਜਿਹੜੀ ਐਕਚੁਅਲੀ 9000 ਕਰੋੜ ਰੁਪਏ ਹੈ, ਪਿਛਲੀ ਜਿਹੜੀ ਗਵਰਨਮੈਂਟਾਂ ਦੀ ਲੈਗੇਸੀ ਚੱਲੀ ਆ ਰਹੀ ਹੈ ਕਾਫੀ ਟਾਈਮ ਤੋਂ। ਮੈਂ ਜਿਹੜੀ ਤੁਹਾਨੂੰ ਕਿਹਾ ਸੀਗਾ ਕਿ ਇਹ ਗਵਰਨਮੈਂਟ ਆਫ ਇੰਡੀਆ ਜਿਹੜਾ ਪ੍ਰੋਜੈਕਟ ਹੈ ਉਹਦੇ 'ਚ 9000 ਕਰੋੜ ਕਲੀਅਰ ਕਰਨੇ ਆ। ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਕਿਹਾ ਸਾਨੂੰ ਜ਼ੀਰੋ ਚਾਹੀਦੀ ਹੈ। ਹਜੇ ਤੁਸੀਂ PSPL ਦੀ ਵੈਬਸਾਈਟ ਤੇ ਜਾਓਗੇ ਤਾਂ ਉੱਥੇ ਤੁਹਾਨੂੰ 9000 ਕਰੋੜ ਰੁਪਇਆ ਦਿਖਦਾ ਹੈ। ਇਹ ਬਲਦੇਵ ਸਰਾਂ ਨੇ ਵੈਸੇ ਨਹੀਂ ਕਿਹਾ, ਇਹ ਜਾਣ ਕੇ ਕਿਉਂ ਵੀ ਕਿਹਾ ਵੀ ਦੇਖੋ ਹਾਂ ਇਸ ਸਰਕਾਰ ਦੀ ਤਾਂ 20000 ਮਿਲ ਗਈ ਹੈ, ਪਰ ਪਿਛਲੀਆਂ ਸਰਕਾਰਾਂ ਦੀ ਹਜੇ ਖੜੀ ਹੈ 9000 ਕਰੋੜ ਰੁਪਏ। ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਗਏ। ਉਹ ਹੁਣ ਤੀਰ ਹੀ ਖੁੰਡੇ ਹੋਣ ਤੇ ਨਿਸ਼ਾਨੇ ਤਾਂ ਭਾਵੇਂ ਲੱਗ ਜਾਣ, ਜ਼ਖਮ ਨਹੀਂ ਕਰਦੇ। ਭਾਸਕਰ ਸਾਹਿਬ ਤੁਹਾਡੇ ਹਿੱਸੇ ਦਾ ਸਵਾਲ ਹੈ। ਤੁਸੀਂ ਜਲੰਧਰ 'ਚ ਬੈਠੇ ਹੋ ਤੇ ਜਲੰਧਰ 'ਚ ਇਲੈਕਸ਼ਨ ਹੁਣ ਭਖਣ ਲੱਗ ਗਈ ਹੈ, ਤੇ ਉੱਥੋਂ ਦਾ ਮਾਹੌਲ ਜਿਹਾ ਸਮਝਾਓ। ਚੰਨੀ ਸਾਹਿਬ ਨੂੰ ਬੀਜੇਪੀ ਨੇ ਨਾ ਕਰਤੀ ਆ ਜਾਂ ਇਹਨਾਂ ਨੇ ਮਨਾ ਲਿਆ, ਹੁਣ ਉਹਨਾਂ ਨੂੰ ਸੈਂਟਰ ਸਟੇਜ 'ਚ ਲਿਆਉਣ ਦੀ ਤਿਆਰੀ ਹੋ ਰਹੀ ਹੈ। ਇੱਕੋ ਸਟੇਜ ਦੇ ਉੱਤੇ ਸਿੱਧੂ ਸਾਹਿਬ, ਬਾਜਵਾ, ਵੜਿੰਗ ਔਰ ਚੰਨੀ ਕਿੱਦਾਂ ਬੈਠਣਗੇ, ਇਹ ਵੀ ਸਵਾਲ ਨੇ। ਤੇ ਉਧਰਲੇ ਬੰਨੇ ਚਰਚਸ ਦੀ ਰਾਜਨੀਤੀ ਵੀ ਆ, ਡੇਰਿਆਂ ਦੀ ਰਾਜਨੀਤੀ ਵੀ ਆ। ਅਕਾਲੀ ਦਲ ਨੇ ਕੈਂਡੀਡੇਟ ਦੇਣਾ ਹੈ ਕਿ ਬਸਪਾ ਨੇ ਦੇਣਾ, ਕਹਿਣਾ ਸਾਂਝਾ ਹੈ। ਇਹ ਸਾਰੀਆਂ ਔਰ ਬੀਜੇਪੀ ਫਿਰ ਜੇ ਚੰਨੀ ਨਹੀਂ ਤਾਂ ਕਿਹਨੂੰ ਦੇਣਗੇ, ਸਾਰੇ ਸਵਾਲ ਇਕੱਠੇ ਐਡਰੈਸ ਕਰੋ। ਜਿਸ ਤਰੀਕੇ ਨਾਲ ਕਾਂਗਰਸ ਦੀ ਸਥਿਤੀ ਜਲੰਧਰ ਦੀ ਜਿਮਨੀ ਚੋਣਾਂ ਨੂੰ ਲੈ ਕੇ ਆ, ਸਭ ਤੋਂ ਪਹਿਲੇ ਉਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ। ਕੈਂਡੀਡੇਟ ਅਨਾਉਂਸ ਕਰਨ ਤੋਂ ਬਾਅਦ ਕੈਂਪੇਨ ਵੀ ਸ਼ੁਰੂ ਕੀਤਾ। ਪਰ ਅੱਜ ਵੀ ਕਾਂਗਰਸ ਇਸ ਤਰੀਕੇ ਨਾਲ ਐਕਟ ਕਰ ਰਹੀ ਹੈ ਜਿੱਦਾਂ ਇੱਕ ਥਾਲੀ ਦੇ ਵਿੱਚ ਡੱਡੂ ਇਕੱਠੇ ਕਰਨੇ ਹੁੰਦੇ ਆ ਨਾ, ਵੀ ਇੱਕ ਫੜ ਕੇ ਲੈਂਦੇ ਦੂਜਾ ਭੱਜ ਜਾਂਦਾ। ਇਸ ਤਰ੍ਹਾਂ ਹੀ ਕੁਝ ਚੰਨੀ ਸਾਹਿਬ ਨੂੰ ਮਨਾਉਣ ਵਾਸਤੇ ਹਰੀਸ਼ ਚੌਧਰੀ ਤੇ ਰਾਜਾ ਵੜਿੰਗ ਉਹਨਾਂ ਪਰਸੋਂ ਪਹੁੰਚੇ ਸੀ। ਹੁਣ ਅੰਦਰ ਦੀ ਖਬਰਾਂ ਨਿਕਲ ਕੇ ਆਈ ਹੈ ਕਿ ਚੰਨੀ ਸਾਹਿਬ ਨੂੰ ਮਨਾਇਆ ਜਾ ਰਿਹਾ ਹੈ ਕਿ ਤੁਸੀਂ ਜਲੰਧਰ ਦੇ ਵਿੱਚ ਆ ਕੇ ਕੈਂਪੇਨ ਕਰੋ, ਕਿਉਂਕਿ ਚੰਨੀ ਸਾਹਿਬ ਵੀ ਇੱਥੋਂ ਲੜਨ ਦੇ ਇੱਛੁਕ ਸੀਗੇ ਔਰ ਉਹਨਾਂ ਨੇ ਕਈ ਦੌਰੇ ਜਲੰਧਰ ਦੇ ਕੀਤੇ ਔਰ ਕੁਝ ਲਿਮਿਟਿਡ ਲੋਕਾਂ ਨੂੰ ਮਿਲ ਕੇ ਅੱਗੇ ਦੀ ਆਪਣੀ ਰਾਜਨੀਤੀ ਤੈਅ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਿੱਥੇ ਤੱਕ ਬੀਜੇਪੀ ਦੀ ਨਾ ਹੋ ਗਈ ਹੈ, ਇਹ ਨਾ ਅੱਜ ਕੱਲ ਨਹੀਂ ਹੋਈ, ਉਸ ਤੋਂ ਪਹਿਲੇ ਵੀ ਚੰਨੀ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਬੀਜੇਪੀ ਨੂੰ ਜੁਆਇਨ ਕਰਨ ਦੀ, ਔਰ ਕੇਂਦਰੀ ਬੀਜੇਪੀ ਲੀਡਰਸ਼ਿਪ ਦੀ ਤਰਫੋਂ ਕੋਈ ਬਹੁਤਾ ਵਧੀਆ ਰਿਸਪੌਂਸ ਉਹਨਾਂ ਨੂੰ ਨਹੀਂ ਮਿਲਿਆ। ਤਾਂ ਹੀ ਇਹ ਸਥਿਤੀ ਇੱਥੇ ਤੱਕ ਪਹੁੰਚੀ ਕਿ ਹੁਣ ਚੰਨੀ ਸਾਹਿਬ ਨੂੰ ਮਨਾਉਣ ਵਾਸਤੇ, ਕਿਉਂਕਿ ਜਦ ਇਹ ਖਬਰਾਂ ਉਜਾਗਰ ਹੋਈ ਹੈ ਕਿ ਚੰਨੀ ਸਾਹਿਬ ਬੀਜੇਪੀ ਦੇ ਕੈਂਡੀਡੇਟ ਹੋ ਸਕਦੇ ਨੇ ਜਲੰਧਰ ਜਿਮਨੀ ਚੋਣ ਤੋਂ, ਤੇ ਹਰੀਸ਼ ਚੌਧਰੀ ਤੇ ਰਾਜਾ ਵੜਿੰਗ ਉਹਨਾਂ ਘਰ ਪਹੁੰਚ ਗਏ ਸੀਗੇ। ਉਹਨਾਂ ਨੇ ਕਿਹਾ ਮੈਨੂੰ ਅੱਜ ਤੋਂ ਪਹਿਲੇ ਕੋਈ ਵੀ ਨਹੀਂ ਬੁਲਾਣ ਆਇਆ ਕਿ ਤੁਸੀਂ ਕੈਂਪੇਨ ਕਰੋ, ਚਲੋ ਤੁਸੀਂ ਹੁਣ ਆਏ ਹੋ ਤੇ ਮੈਂ ਸੋਚਾਂਗਾ। ਸ਼ਸ਼ੀ ਥਰੂਰ ਉਹਨਾਂ ਪਰਸੋਂ ਗਏ ਤੇ ਸੀ ਉਹਨਾਂ ਦੇ ਘਰ, ਪਰ ਉਹਨੂੰ ਜਿਮਨੀ ਚੋਣਾਂ ਨੂੰ ਲੈ ਕੇ ਕੁਝ ਨਹੀਂ ਕਿਹਾ ਨਹੀਂ ਜਾ ਸਕਦਾ ਵੀ ਉਹਨਾਂ ਨੂੰ ਮਨਾਉਣ ਆਏ ਸੀ। ਲੇਕਿਨ ਹਾਂ ਜਿਹੜੇ ਆਪ ਭਾਸਕਰ ਸਾਹਿਬ ਜਿਹੜੇ ਆਪ ਰੁੱਸੇ ਹੋਣ ਦੂਜਿਆਂ ਨੂੰ ਮਨਾਉਣ ਨਹੀਂ ਜਾਂਦੇ, ਇਹ ਕਹਿਣ ਜਾਂਦੇ ਆ ਵੀ ਆਪਣਾ ਪੜਿਆ ਵਿਚਾਰ ਲਿਓ, ਸਾਡੇ ਨਾਲ ਦੇਖ ਲਓ ਕੀ ਹੋਇਆ। ਕਈ ਵਾਰ ਦੋ ਰੁੱਸੇ ਹੋਏ ਲੀਡਰ ਮਿਲਦੇ ਨੇ ਤੇ ਉਹਦੇ ਵੀ ਨਤੀਜੇ ਕੁਝ ਹੋਰ ਹੀ ਨਿਕਲਦੇ ਨੇ, ਕਿਉਂਕਿ ਜ਼ਰੂਰ ਸਾਹਿਬ ਦੇ ਉੱਤੇ ਵੀ ਕਈ ਵਾਰ ਐਲੀਗੇਸ਼ਨ ਲੱਗਦਾ ਹੈ ਵੀ ਬੀਜੇਪੀ ਦੀ ਕਈ ਵਾਰ ਉਹ ਜਾਣੇ ਅਣਜਾਣੇ ਤਾਰੀਫ ਕਰ ਜਾਂਦੇ ਹੁੰਦੇ ਨੇ। ਹੁਣ ਚੰਨੀ ਸਾਹਿਬ ਆਣਗੇ, ਅੱਜ ਨਵਜੋਤ ਸਿੰਘ ਸਿੱਧੂ ਉਹਨਾਂ ਜਲੰਧਰ ਆ ਰਹੇ ਨੇ, ਕੈਂਪੇਨ ਕਰਨ ਨਹੀਂ ਆ ਰਹੇ, ਅਫਸੋਸ ਕਰਨ ਆ ਰਹੇ। ਉਹ ਰਸਤੇ 'ਚ ਆਪਣੇ ਅੰਮ੍ਰਿਤਸਰ ਕੌਂਸਟੀਚੁਐਂਸੀ ਦੇ ਵਿੱਚ ਵੈਲਕਮ ਉਹਨਾਂ ਦਾ 4 ਵਜੇ ਗੋਲਡਨ ਗੇਟ ਦੇ ਉੱਤੇ ਰੱਖਿਆ ਹੋਇਆ, ਉਸ ਤੋਂ ਪਹਿਲੇ ਅਫਸੋਸ ਕਰਨ ਆਣਗੇ। ਇੱਥੇ ਕੋਈ ਉਹਨਾਂ ਦਾ ਸਵਾਗਤ ਹੋਏਗਾ, ਏਦਾਂ ਦੀ ਕੋਈ ਕਾਰਵਾਈ ਹਜੇ ਤੱਕ ਨਹੀਂ ਦੇਖਣ ਨੂੰ ਮਿਲੀ। ਪਰ ਹਾਂ, ਵੱਡੇ ਕਾਂਗਰਸ ਹਾਈਕਮਾਨ ਦੇ ਲੀਡਰਾਂ ਨੂੰ ਮਿਲ ਕੇ ਜਦ ਨਵਜੋਤ ਸਿੰਘ ਸਿੱਧੂ ਉਹਨਾਂ ਜਲੰਧਰ ਆ ਰਹੇ ਨੇ, ਤੇ ਉਸ ਟਾਈਮ ਜਦ ਉਹ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, KC ਵੇਨੂਗੋਪਾਲ ਔਰ ਖੜਗੇ ਸਾਹਿਬ ਨੂੰ ਮਿਲ ਰਹੇ ਸੀ, ਤੇ ਇੱਥੇ ਲੁਧਿਆਣੇ ਵਾਲੇ ਰਵਨੀਤ ਸਿੰਘ ਬਿੱਟੂ ਉਹਨਾਂ ਵੀ ਕੁਝ ਗੱਲ ਕਰ ਰਹੇ ਸੀ ਪੱਤਰਕਾਰਾਂ ਨਾਲ। ਉਹ ਕਹਿੰਦੇ ਚੰਨੀ ਤੇ ਸਿੱਧੂ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦੇਣੀ ਚਾਹੀਦੀ, ਕਿਉਂਕਿ ਪਿਛਲੇ 2022 ਦੇ ਵਿੱਚ ਅਸੀਂ ਇਲੈਕਸ਼ਨ ਇਹਨਾਂ ਦੋਨਾਂ ਵਿਅਕਤੀਆਂ ਕਰਕੇ, ਇਹਨਾਂ ਦੋਨਾਂ ਲੀਡਰਾਂ ਕਰਕੇ ਹਾਰੇ ਆ। ਔਰ ਦੂਜੇ ਪਾਸੇ ਕਾਂਗਰਸ ਦੀ ਸਟੇਟ ਦੀ ਲੀਡਰਸ਼ਿਪ ਚੰਨੀ ਉਹਨਾਂ ਨੂੰ ਮਨਾਉਣ ਨੂੰ ਫਿਰਦੀ ਹੈ, ਸਿੱਧੂ ਉਹਨਾਂ ਜਲੰਧਰ ਆ ਰਹੇ ਨੇ, ਸਿੱਧੂ ਉਹਨਾਂ ਤੋਂ ਕੋਈ ਅੱਗੇ ਚੱਲ ਕੇ ਵੱਡਾ ਰੋਲ ਹੋ ਸਕਦਾ ਹੈ। ਇਹਦੇ ਉੱਤੇ ਕਿਸੇ ਵੀ ਤਰੀਕੇ ਨਾਲ ਕਾਂਗਰਸ ਦੇ ਵਿੱਚ ਚਰਚਾ ਤੇ ਨਹੀਂ ਹੋ ਰਹੀ, ਪਰ ਨਾਲ ਦੇ ਨਾਲ ਇੱਕ ਤਰੀਕੇ ਨਾਲ ਕਾਨਾਫੂਸੀ ਬਹੁਤ ਜ਼ਰੂਰੀ ਹੋ ਰਹੀ ਹੈ ਕਿ ਸਿੱਧੂ ਦੇ ਖਿਲਾਫ ਕੁਛ ਨਾ ਕਹੋ, ਪਤਾ ਨਹੀਂ ਅੱਗੇ ਜਾ ਕੇ ਕਿੰਨਾ ਕੁ ਵੱਡਾ ਹੋ ਜਾਏਗਾ। ਪਰ ਅੱਜ ਕਾਂਗਰਸ ਦੀ ਐਕਟੀਵਿਟੀ ਜਲੰਧਰ ਦੇ ਵਿੱਚ ਵਧੇਗੀ, ਔਰ ਨਾਲ ਦੇ ਨਾਲ ਅਕਾਲੀ ਦਲ ਬਸਪਾ ਦੀ ਅੱਜ ਇੱਥੇ ਇੱਕ ਮੀਟਿੰਗ ਹੈ।
ਮੀਟਿੰਗ ਤੇ ਚਲੋ ਫਾਰਮੈਲਿਟੀ ਲੱਗਦੀ ਹੈ, ਮੀਟਿੰਗ ਤੋਂ ਬਾਅਦ ਉਹਨਾਂ ਨੇ ਅੱਜ ਆਪਣਾ ਕੈਂਡੀਡੇਟ ਐਲਾਨ ਦੇਣਾ ਹੈ। ਬੀਐਸਪੀ ਦਾ ਹੋਏਗਾ ਕਿ ਅਕਾਲੀ ਦਲ ਹੋਏਗਾ ਕਿ ਇੱਕ ਦੂਜੇ ਦੀ ਪਾਰਟੀ ਤੋਂ ਉਧਾਰ ਲੈ ਕੇ ਆਪਣੇ ਸਿੰਬਲ ਤੇ ਇਲੈਕਸ਼ਨ ਲੜਨ ਦੀ ਤਿਆਰੀਆਂ ਹੋਣਗੀਆਂ। ਇਹ ਕੁਝ ਘੰਟੇ ਦੇ ਅੰਦਰ ਅੰਦਰ ਇਹ ਗੱਲ ਸਾਫ਼ ਹੋ ਜਾਏਗੀ। ਭਾਜਪਾ ਵੀ ਆਪਣਾ ਕੈਂਡੀਡੇਟ ਅੱਜ ਅਨਾਉਂਸ ਕਰ ਸਕਦੀ ਹੈ। ਕੁਝ ਲੀਡਰਾਂ ਨੇ ਇਹ ਗੱਲ ਕਹੀ ਹੈ ਕਿ ਅੱਜ 99% ਅਨਾਉਂਸ ਹੋ ਜਾਏਗਾ, ਅੱਜ ਨਹੀਂ ਤੇ ਕੱਲ। ਹੁਣ ਦੇਖੋ ਕਦੋਂ ਹੁੰਦਾ ਜੀ। ਇਸੇ ਸਮੇਂ ਜਿਹੜੇ ਉੱਥੇ ਚਰਚਸ ਦੀ ਰਾਜਨੀਤੀ ਆ ਉਹ ਵੀ ਅੱਗੇ ਤੁਰੀ ਹੋਈ ਸੀ, ਹਲਕਾ ਜਿਹਾ ਟੱਚ ਉਹਨੂੰ ਵੀ ਦੇ ਦਿਓ। ਦੇਖੋ, ਚਰਚਾਂ ਦੀ ਰਾਜਨੀਤੀ ਅਪ੍ਰੈਲ 3 ਦੇ ਵਿੱਚ ਜਦ ਯੂਨਾਈਟਿਡ ਪੰਜਾਬ ਪਾਰਟੀ ਬਣਦੀ ਹੈ, ਔਰ ਇਹ ਜਿਹੜੇ ਚਰਚਸ, ਖਾਸ ਕਰਕੇ ਤੁਹਾਨੂੰ ਯਾਦ ਹੋਏਗਾ ਹਰਪ੍ਰੀਤ ਦਿਓਲ ਨਾਂ ਦੇ ਇੱਕ ਪਾਸਟਰ ਹੈਗੇ ਨੇ ਖੋਜੇਵਾਲ ਪਿੰਡ ਦੇ, ਉਹਨਾਂ ਨੇ 1000 ਕੁ ਏਦਾਂ ਦੇ ਚਰਚਾ ਦੀ ਗੈਦਰਿੰਗ ਕਰਕੇ ਅਨਾਉਂਸਮੈਂਟ ਕਰਤੀ ਵੀ ਆਪਾਂ ਵੀ ਹੁਣ ਇਲੈਕਸ਼ਨ ਲੜਾਂਗੇ, ਕ੍ਰਿਸ਼ਨਾ ਦੇ ਮੁੱਦੇ ਅਸੀਂ ਪੋਲੀਟੀਕਲ ਪਲੇਟਫਾਰਮ ਤੇ ਚੰਗੇ ਤਰੀਕੇ ਨਾਲ ਉਠਾਵਾਂਗੇ, ਕਿਉਂਕਿ ਅੱਜ ਤੋਂ ਪਹਿਲੇ ਜਿੰਨੀ ਵੀ ਪੋਲੀਟੀਕਲ ਪਾਰਟੀ ਆ ਸਾਡੇ ਚਰਚਾਂ ਦੇ ਵਿੱਚ ਆਉਂਦੀ ਹੈ, ਵਾਅਦੇ ਕਰਕੇ ਜਾਂਦੀ ਹੈ, ਪਰ ਅੱਜ ਤੱਕ ਸਾਨੂੰ ਕ੍ਰਿਮੀਨਲ ਗਰਾਊਂਡ ਵਾਸਤੇ ਜ਼ਮੀਨ ਦੇਣ ਦੇ ਵਿੱਚ ਵੀ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਹੁਣ ਦੋ ਤਰੀਕੇ ਦੇ ਚਰਚ ਹੈਗੇ ਨੇ। ਇਹ ਜਿਹੜੇ ਚਰਚਸ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਪੋਲੀਟੀਕਲ ਪਾਰਟੀ ਬਣਾਈ ਹੈ, ਇਹ ਹੈਗੀ ਹੈ ਪੈਂਟਾਕੋਸਟਲ ਚਰਚ, ਔਰ ਦੂਜੇ ਪਾਸੇ ਕੈਥੋਲਿਕ ਚਰਚ, ਜਿਹੜੇ ਸੁਪਰੀਮ ਆਪਣੇ ਆਪ ਨੂੰ ਇੱਕ ਵੱਡੀ ਧਿਰ ਹੈਗੀ ਹੈ ਕ੍ਰਿਸਚਨ ਦੇ ਵਿੱਚ, ਉਹਨਾਂ ਨੇ ਇਨਕਾਰ ਕਰਤਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਪੋਲੀਟੀਕਲ ਐਰੇਨਾ ਦੇ ਵਿੱਚ ਨਹੀਂ ਆਣਗੇ। ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਉਹਨਾਂ ਨੇ ਟਾਈਮ ਮੰਗਿਆ ਸੀਗਾ, ਕੱਲ ਦੀ ਗੱਲ ਹੈਗੀ ਹੈ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਖਾਸ ਕਰਕੇ ਜਿਹੜੀ ਹੈ ਯੂਨਾਈਟਿਡ ਪੰਜਾਬ ਪਾਰਟੀ ਕ੍ਰਿਸ਼ਨਾ ਨੇ ਵੱਖਰੀ ਬਣਾਤੀ ਹੈ। ਇਹਦਾ ਮਤਲਬ ਤੇ ਐਨ ਬਲੌਕ ਵੋਟ ਕ੍ਰਿਸ਼ਨਾ ਨੂੰ ਪੈ ਜਾਏਗੀ। ਪਰ ਜਿਹੜੇ ਬਿਸ਼ਪ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਮਾਰਨਿੰਗ ਚੱਲਦੀ ਹੈ, ਯਾਨੀ ਮਾਰਨਿੰਗ ਮਤਲਬ ਸਾਡਾ ਦੁੱਖ ਦਾ ਟਾਈਮ ਹੈਗਾ, 3 ਦਿਨ ਮੰਗਲਵਾਰ ਤੋਂ ਬਾਅਦ ਤੁਹਾਨੂੰ ਕਿਸੇ ਵੀ ਦਿਨ ਦਾ ਆਪਾਂ ਟਾਈਮ ਦੇਵਾਂਗੇ, ਤੁਸੀਂ ਆਓ, ਕੋਈ ਗੱਲ ਨਹੀਂ, ਅਸੀਂ ਮਿਲਾਂਗੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਗੱਲ ਵੀ ਕਲੀਅਰ ਕਰਤੀ ਹੈ ਕਿ ਅਸੀਂ ਕਿਸੇ ਵੀ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ। ਹਾਂ, ਸਰਕਾਰਾਂ ਦੇ ਨਾਲ ਸਾਡੇ ਕੁਝ ਕੰਮ ਹੈਗੇ ਨੇ, ਜੇ ਤੁਸੀਂ ਸਾਨੂੰ ਵਾਅਦਾ ਕਰੋ ਕਿ ਤੁਸੀਂ ਉਹ ਕੰਮ ਕਰ ਦੋਗੇ ਸਾਰੇ। ਖਾਸ ਕਰਕੇ ਵੱਡਾ ਮੁੱਦਾ ਕ੍ਰਿਸ਼ਨਾ ਦਾ ਸਿਰਫ ਇਹੀ ਹੈ ਕਿ ਇਹ ਕ੍ਰਿਮੀਨਲ ਗਰਾਊਂਡ ਕਹਿ ਲਓ ਜਾਂ ਫਿਰ ਸਿਮਟਰੀ ਕਹਿ ਲਓ, ਉਹਦੇ ਵਾਸਤੇ ਹਰ ਪਿੰਡ ਦੇ ਵਿੱਚ ਜਾਂ ਕੁਝ ਪਿੰਡਾਂ ਦੇ ਬਲਾਕ ਦੇ ਵਿੱਚ ਜਗ੍ਹਾ ਦੇਣਾ, ਉਸ ਮੁੱਦੇ ਦੇ ਤੇ ਗੱਲਬਾਤ ਹੋਏਗੀ। ਲੇਕਿਨ ਬਿਸ਼ਪ ਸਾਹਿਬ ਨੇ ਇਹ ਗੱਲ ਸਿਰੇ ਤੋਂ ਨਾ ਕਰਤੀ ਹੈ ਕਿ ਅਸੀਂ ਪੋਲੀਟੀਕਲੀ ਇੰਟਰਫੇਰੈਂਸ ਜਾਂ ਪੋਲੀਟੀਕਲ ਐਕਟੀਵਿਟੀ ਕਿਸੇ ਵੀ ਤਰੀਕੇ ਨਾਲ ਨਹੀਂ ਹੈਗੇ ਆ। ਜਦੋਂ ਧਰਮਾਂ ਦੀ ਗੱਲ ਹੁੰਦੀ ਹੈ, ਇੰਦਰਪ੍ਰੀਤ ਜੀ, ਕੱਲ ਤੁਸੀਂ ਵੀ ਗਏ ਸੀ ਸਿੰਘ ਸਾਹਿਬ ਦੀ ਮੀਟਿੰਗ ਦੇ ਵਿੱਚ, ਉੱਥੇ ਦਾ ਮਾਹੌਲ ਵੀ ਤੁਸੀਂ ਥੋੜਾ ਜਿਹਾ ਜੇ ਟੱਚ ਕਰਦੇ ਹੋ। ਨਾਲ ਦੀ ਨਾਲ ਕੱਲ ਸ਼੍ਰੋਮਣੀ ਕਮੇਟੀ ਨੇ ਸਾਫ਼ ਕੀਤਾ ਹੈ ਕਿ NCERT ਦੀਆਂ ਕਿਤਾਬਾਂ ਦੇ ਵਿੱਚ ਜਿਹੜਾ ਇਤਿਹਾਸ ਨੂੰ ਛੇੜਛਾੜ ਨਾਲ ਅੱਗੇ ਵਧਾਇਆ ਜਾ ਰਿਹਾ ਉਹ ਪ੍ਰਵਾਨ ਨਹੀਂ ਕੀਤਾ ਜਾਊਗਾ। ਉਹ ਆਨੰਦਪੁਰ ਦੇ ਮਤੇ ਨੂੰ ਵੱਖਵਾਦੀ ਦਸਤਾਵੇਜ਼ ਵਾਂਗ ਲਿਖੇ ਜਾਣ ਤੋਂ ਪਰੇਸ਼ਾਨ ਨੇ ਔਰ ਵਿਰੋਧ ਜਤਾ ਰਹੇ ਨੇ। ਇਹ ਦੋ ਗੱਲਾਂ ਨੂੰ ਟੱਚ ਕਰੋ ਜ਼ਰਾ। ਰੰਧਾਵਾ ਸਾਹਿਬ, ਜਿਹੜੀ ਜਥੇਦਾਰ ਸਾਹਿਬ ਵਾਲੀ ਮੀਟਿੰਗ ਸੀਗੀ ਉਹ ਤਾਂ ਇੱਕ ਜਸਟ ਸੰਵਾਦ ਸੀ, ਕਿਹਾ ਤਾਂ ਇਹੀ ਗਿਆ ਸੀ ਕਿ ਸੰਵਾਦ ਕਰਾਂਗੇ ਤੇ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਦੁੱਖ ਤਕਲੀਫਾਂ ਹੈਗੀਆਂ ਨੇ ਉਹ ਉਹਦੇ ਵਿੱਚ ਆਣਗੀਆਂ। ਤੇ ਸਾਰੇ ਤਕਰੀਬਨ ਜਿੰਨੇ ਰਿਪੋਰਟਰਸ ਉੱਥੇ ਆਏ ਸੀ, ਕੁਝ ਨੂੰ ਛੱਡ ਕੇ ਬਾਕੀ ਸਭ ਨੇ ਤਾਂ ਆਪਣਾ ਹੀ ਉਹੀ ਕਿਹਾ ਕਿ ਉਹਨਾਂ ਦਾ YouTube ਚੈਨਲ ਬੰਦ ਕਰਤਾ, ਕਿਸੇ ਦੀ ਪੇਜਸ ਬੰਦ ਕਰਤੇ, ਇਸ ਤਰ੍ਹਾਂ ਦੇ ਹੀ ਚਰਚਾਵਾਂ ਸੀਗੀਆਂ। ਤੇ ਜਥੇਦਾਰ ਸਾਹਿਬ ਨੇ ਵੀ ਕੱਲ ਸਰਕਾਰ ਨੂੰ ਕਿਹਾ ਹੈ ਇਹ ਕਿ ਇਹ ਖੋਲੋ, ਔਰ ਨਾਲ ਹੀ ਨਾਲ ਜਿਹੜੀ ਉੱਥੇ ਪੁਲਿਸ ਦਾ ਬਹੁਤ ਬੰਦੋਬਸਤ ਵੱਡਾ ਕੀਤਾ ਹੋਇਆ। ਮੈਂ ਦੇਖੋ ਕਈ ਸਾਲਾਂ ਤੋਂ ਤਲਵੰਡੀ ਸਾਬੋ ਵਾਲੀ ਜਿਹੜੀ ਵਿਸਾਖੀ ਹੈ ਉਹ ਕਵਰ ਕਰ ਰਿਹਾ। ਫਸਟ ਟਾਈਮ ਹੈ ਜਿੰਨੀ ਪੁਲਿਸ ਮੈਂ ਇਸ ਵਾਰ ਦੇਖੀ ਹੈ, ਇੰਨੀ ਪੁਲਿਸ ਉੱਥੇ ਕਦੇ ਨਹੀਂ ਲੱਗੀ। ਠੀਕ ਹੈ, ਸੁਰੱਖਿਆ ਜ਼ਰੂਰੀ ਹੁੰਦੀ ਹੈ, ਇੰਨਾ ਵੱਡਾ ਜਦੋਂ ਮਤਲਬ ਤਾਮਝਾਮ ਉੱਥੇ ਹੁੰਦਾ ਤਾਂ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਉੱਥੇ ਐਕਸਟਰਾ ਫੋਰਸਿਸ ਲੱਗਦੀ ਹੈ, ਪਰ ਜਿੰਨੀ ਇਸ ਵਾਰ ਲੱਗੀ ਹੋਈ ਹੈ, ਔਰ ਜਿਹੜੇ ਐਤਕੀ ਤਾਂ ਮੈਟਲ ਡਿਟੈਕਟਰ ਵੀ ਲਗਾਤੇ ਹੈ ਕਿ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਦੇ ਜਾਣਾ ਹੈ ਤਾਂ ਬਾਹਰ ਜਿਹੜਾ ਉਹ ਗੇਟ ਹੈ, ਗੇਟ ਤੋਂ ਤੁਹਾਨੂੰ ਉਸ ਤਰ੍ਹਾਂ ਹੀ ਪਾਸ ਹੋਣਾ। ਇਹ ਫਸਟ ਟਾਈਮ ਦੇਖਿਆ ਮੈਂ, ਇਹ ਨਹੀਂ ਅੱਜ ਤੱਕ ਕਦੀ ਹੋਇਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਮਤਲਬ ਸਾਰਾ ਕੁਝ ਚੈੱਕ ਕਰਾ ਕੇ ਜਾਓਗੇ ਕਿ ਮੈਂ ਬੈਗ ਕੀ ਲੈ ਕੇ ਚੱਲਾਂ, ਮੇਰੇ ਕੋਲ ਥੈਲੇ 'ਚ ਕੀ ਹੈ। ਇਸ ਤਰ੍ਹਾਂ ਦੀ ਚੀਜ਼ ਕਦੇ ਨਹੀਂ ਹੋਈ, ਇਹ ਫਸਟ ਟਾਈਮ ਹੋ ਰਹੀ ਹੈ। ਔਰ ਸਾਰੇ ਗੇਟਾਂ ਦੇ, ਇਹ ਨਹੀਂ ਕਿ ਇਕੱਲੇ ਇੱਕ ਗੇਟ ਤੇ ਇਸ ਤਰ੍ਹਾਂ ਦਾ ਲਗਾਇਆ। ਦਮਦਮਾ ਸਾਹਿਬ ਦਾ ਜਿੰਨੇ ਗੇਟ ਨੇ 3 ਜਾਂ 4 ਨੇ, ਉਹ ਸਭ ਤੇ ਹੀ ਮਤਲਬ ਇਸ ਤਰ੍ਹਾਂ ਦਾ ਇੰਤਜ਼ਾਮ ਉਹਨਾਂ ਨੇ ਕੀਤਾ ਹੋਇਆ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ NCERT ਦੀ ਬੁੱਕਸ ਦੇ ਵਿੱਚ ਜਿਹੜਾ ਆਨੰਦਪੁਰ ਸਾਹਿਬ ਦੇ ਪ੍ਰਸਤਾਵ ਨੂੰ ਵੱਖਵਾਦੀ ਕਿਹਾ, ਦੇਖੋ ਉਹ ਤੁਸੀਂ ਵੀ ਪੜ੍ਹਿਆ, ਮੈਂ ਵੀ ਉਹ ਪੜ੍ਹਿਆ ਹੋਇਆ। ਉਹਦੇ ਵਿੱਚ ਸਿਰਫ ਔਰ ਸਿਰਫ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਹੋਈ ਹੈ, ਜਿਹੜੀ ਪ੍ਰਮੁੱਖਤਾ ਨਾਲ ਕੀਤੀ ਹੋਈ ਹੈ। ਮੈਨੂੰ ਯਾਦ ਹੈ ਇਹਦੇ ਬਾਰੇ ਜਦੋਂ ਦੁਬਾਰਾ ਸਾਰੀਆਂ ਸਟੇਟਾਂ ਨੇ ਇਹ ਮੰਗ ਹੌਲੀ ਹੌਲੀ ਕਰਕੇ ਸ਼ੁਰੂ ਕੀਤੀ ਸੀਗੀ ਤਾਂ ਕੋਈ ਲੀਡ ਨਹੀਂ ਸੀ ਕਰ ਰਿਹਾ ਇਹਨੂੰ। ਸਾਰੇ ਇਸ ਗਲਤੀ ਤੇ ਇਲਜ਼ਾਮ ਲਗਾਈ ਜਾ ਰਹੇ ਸੀਗੇ ਕਿ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਫੈਡਰਲ ਸਿਸਟਮ ਨੂੰ ਤੋੜ ਕੇ
ਸਾਰਾ ਕੁਝ ਮੋਨੋਪੋਲਾਈਜ਼ ਕਰ ਰਹੀ ਹੈ, ਕੇਂਦਰੀਕਰਨ ਕਰ ਰਹੀ ਹੈ ਸ਼ਕਤੀਆਂ ਦਾ, ਜਦਕਿ ਵਿਕੇਂਦਰੀਕਰਨ ਹੋਣਾ ਚਾਹੀਦਾ। ਤਾਂ ਅਸੀਂ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ, ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਬਾਦਲ ਸਾਹਿਬ ਤੁਸੀਂ ਕਿਉਂ ਨਹੀਂ ਲੀਡ ਕਰ ਰਹੇ, ਤਾਂ ਉਹਨਾਂ ਨੇ ਵਰਚੁਅਲੀ ਹੱਥ ਜੋੜਤੇ ਕਿ ਨਹੀਂ, ਅਸੀਂ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਲਿਆ ਕੇ ਬਹੁਤ ਕੁੱਟ ਖਾ ਲਈ ਹੈ, ਹੁਣ ਅਸੀਂ ਇਸ ਕਿਸਮ ਦਾ ਕੋਈ ਕੰਮ ਨਹੀਂ ਕਰਾਂਗੇ। ਬਾਕੀ ਸਟੇਟਾਂ ਵੱਡੀਆਂ ਹੈਗੀਆਂ ਨੇ, ਉਹ ਕਿਉਂ ਨਹੀਂ ਕਰਦੀਆਂ ਲੀਡ, ਉਹਨਾਂ ਨੂੰ ਲੀਡ ਕਰਨਾ ਚਾਹੀਦਾ। ਸੋ ਜਿਹੜੇ ਉਹ ਕਹਿੰਦੇ ਮੈਂ ਤਾਂ ਦੁੱਧ ਦਾ ਜਲਿਆ ਹੋਇਆ, ਮੈਂ ਤਾਂ ਲੱਸੀ ਨੂੰ ਵੀ ਹੁਣ ਫੂਕ ਮਾਰ ਮਾਰ ਕੇ ਪੀਣਾ, ਇਹ ਸ਼ਬਦ ਸੀ ਉਹਨਾਂ ਦੇ ਇਹਦੇ ਉੱਤੇ ਕਿ ਲੀਡ ਕੌਣ ਕਰੇਗਾ। ਦੇਖੋ ਕਦੇ ਵੀ ਜੇ ਕੱਲ ਵੀ ਜਿਹੜੀ ਚਰਚਾ ਹੋਈ ਸੀ ਨਾ ਇੱਥੇ ਦਮਦਮਾ ਸਾਹਿਬ ਵੀ, ਉੱਥੇ ਵੀ ਇਹੀ ਚੀਜ਼ ਹੋਈ ਸੀ ਵੀ ਚੀਜ਼ ਧਰਾਤਲ ਤੇ ਹੈ ਹੀ ਨਹੀਂ, ਉਹਨੂੰ ਕੁਝ ਹੋਰ ਹੀ ਹਵਾ ਚੋਂ ਬਣਾ ਕੇ ਕਿਸੇ ਰੂਪ ਚ ਪੇਸ਼ ਕਰਕੇ ਅਕਸ ਖਰਾਬ ਕਰਨੇ, ਚਾਹੇ ਉਹ ਸਟੇਟ ਦਾ ਹੋਵੇ ਚਾਹੇ ਕਿਸੇ ਧਰਮ ਦਾ ਹੋਵੇ, ਇਹ ਬਿਲਕੁਲ ਗਵਾਰਾ ਨਹੀਂ ਹੋਣਾ ਚਾਹੀਦਾ। ਇਹਦੇ ਉੱਤੇ ਜਥੇਦਾਰ ਸਾਹਿਬ ਨੇ ਕਿਹਾ ਵੀ ਅਸੀਂ ਇੱਕ ਕਮੇਟੀ ਵੀ ਬਣਾਵਾਂਗੇ, ਜਿਹੜਾ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕਰਦਾ ਹੈ ਉਹਨੂੰ ਉਹ ਤੋੜੇਗਾ। ਇਹ ਗੱਲ ਤੁਹਾਡੀ ਠੀਕ ਹੈ। ਕੱਲ ਉੱਥੇ ਵੀ ਜਦੋਂ ਇਹ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਕੁਝ ਲੋਕਾਂ ਨੇ ਇਤਰਾਜ਼ ਮੈਂ ਦੇਖਿਆ ਕਰ ਰਹੇ ਸੀਗੇ ਵੀ ਇੱਕ ਟੀਵੀ ਚੈਨਲ ਇਹ ਚਲਾ ਰਿਹਾ ਜੀ, ਇਹ ਚਲਾ ਰਿਹਾ, ਤੇ ਸਿੰਘ ਸਾਹਿਬ ਨੇ ਉੱਥੋਂ ਵੀ ਤਾੜਨਾ ਕੀਤੀ ਸੀ ਵੀ ਨਾ ਕਰੋ ਵੀ। ਇੱਕ ਚੀਜ਼ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਕੱਲ ਦੇਰ ਸ਼ਾਮ ਤੋਂ ਜਿਹੜੀਆਂ ਬਹੁਤੀਆਂ ਰੋਕਾਂ ਨੇ, ਪੁਲਿਸ ਫੋਰਸ ਬਹੁਤ ਜ਼ਿਆਦਾ ਸੀ, ਉਹ ਹਟਾ ਲਈ ਗਈ ਹੈ। ਹੁਣ ਆਮ ਵਰਗੇ ਹਾਲਾਤ ਬਣ ਗਏ ਆ। ਜਥੇਦਾਰ ਦੇ ਸਟੇਜ ਤੋਂ ਤਿੱਖੇ ਬਿਆਨ ਨਾਲ, ਤਾੜਨਾ ਨਾਲ, ਗਵਰਨਮੈਂਟ ਨੂੰ ਸਿੱਧਾ ਐਡਰੈਸ ਕਰਨ ਨਾਲ ਇਹ ਗੱਲ ਤਾਂ ਹੋ ਗਈ ਹੈ ਕਿ ਹੁਣ ਪੁਲਿਸ ਫੋਰਸਿਸ ਤੇ ਖਾਸ ਤੌਰ ਤੇ ਜਿਹੜੇ ਹਰਡਲਸ ਲਾਈਆਂ ਸੀ ਚਾਰ ਚੁਫੇਰੇ, ਉਹ ਹਟਾ ਲਈਆਂ ਗਈਆਂ। ਇਹ ਖਬਰ ਆ ਰਹੀ ਹੈ, ਦਿਨ ਵੇਲੇ ਦੀ ਪੁਸ਼ਟੀ ਹੋ ਜਾਊਗੀ ਕਿ ਕਿੰਨੀ ਠੀਕ ਹੈਗੀ ਆ। ਲੇਕਿਨ ਭਾਸਕਰ ਸਾਹਿਬ, ਵੈਸੇ ਅਜਨਾਲੇ ਦੀ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਵੀ ਸ਼ਰਧਾਲੂ ਇੱਕ ਡਰ ਜੇ ਨਾਲ ਹੀ ਆ ਰਹੇ ਸੀ, ਘਟ ਗਈ ਸੀ ਗਿਣਤੀ, ਹੁਣ ਉਹ ਗਿਣਤੀ ਫਿਰ ਫਲੋ ਚ ਆ ਗਈ ਹੈ। ਇੱਕ ਤਾਂ ਉਹ ਗੱਲ, ਤੇ ਦੂਜੀ ਗੱਲ ਜਿਹੜੀ ਆ ਉਹ ਆਪਾਂ ਚਲੋ ਤੁਸੀਂ ਇਹਨੂੰ ਐਡਰੈਸ ਕਰ ਲਓ। ਵੈਸੇ ਤੇ ਸਵਾਲ ਬੰਗਾਲ ਸਰਕਾਰ ਵਾਲਾ ਵੀ ਬੜਾ ਅਹਿਮ ਸੀਗਾ ਕਿ ਵੀਸੀਜ਼ ਨੂੰ ਇਨਵਰਟਡ ਕਾਮਾਸ ਦੇ ਵਿੱਚ ਉਹਨਾਂ ਕਹਿਤਾ ਵੀ ਐਂ ਹੀ ਚੱਲਣਾ ਬਈ, ਹੁਣ ਮਾਸਟਰ ਜੀ ਦੀ ਕਲਾਸ ਹੈ। ਜਿੱਥੇ ਤੱਕ ਅੰਮ੍ਰਿਤਸਰ ਦੇ ਟੂਰਿਸਟ ਇਨਫਲੋ ਜਾਂ ਸ਼ਰਧਾਲੂਆਂ ਦੀ ਗਿਣਤੀ ਦਾ ਸਵਾਲ ਹੈ, ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਪਿੱਛੇ ਆંકੜਾ ਦਿੱਤਾ ਸੀਗਾ, ਉਸ ਆંકੜੇ ਦੇ ਹਿਸਾਬ ਨਾਲ 45% ਡ੍ਰੌਪ ਹੋਈ ਸੀਗੀ ਟੂਰਿਸਟ ਦਾ ਇਨਫਲੋ 2022 ਦੇ ਵਿੱਚ। ਪਰ ਪਿਛਲੇ ਦਿਨਾਂ ਦੇ ਵਿੱਚ 23 ਫਰਵਰੀ ਨੂੰ 23 ਫਰਵਰੀ ਸੀ ਜਾਂ 24 ਫਰਵਰੀ ਸੀ ਜਦ ਅਜਨਾਲਾ ਇਨਸੀਡੈਂਟ ਹੋਇਆ, ਉਹਦੇ ਵਿੱਚ ਉਸ ਤੋਂ ਬਾਅਦ ਅਚਾਨਕ ਹੀ ਅੰਮ੍ਰਿਤਸਰ ਦੇ ਵਿੱਚ ਸ਼ਰਧਾਲੂਆਂ ਦੇ ਆਉਣ ਦੇ ਵਿੱਚ ਬਹੁਤਾ ਇੱਕ ਤਰੀਕੇ ਨਾਲ ਡਿਕਲਾਈਨ ਦੇਖਿਆ ਗਿਆ। ਔਰ ਹੁਣ ਉਹ ਠੀਕ ਹੈ। ਹੁਣ ਤਕਰੀਬਨ ਅਗਰ ਆંકੜਿਆਂ ਦੇ ਹਿਸਾਬ ਨਾਲ ਚੱਲੀਏ ਤੇ ਜਨਵਰੀ ਦੇ ਵਿੱਚ 2,38,429 ਸ਼ਰਧਾਲੂ ਆਏ ਸੀਗੇ ਪੰਜਾਬ ਜਲੰਧਰ ਅੰਮ੍ਰਿਤਸਰ ਦੇ ਵਿੱਚ, ਤੇ ਉਸ ਤੋਂ ਬਾਅਦ ਫਰਵਰੀ ਦੇ ਵਿੱਚ 2,37,708। ਹੁਣ ਫਰਵਰੀ ਤੋਂ ਬਾਅਦ ਇਹ ਆંકੜਾ ਘਟਿਆ, ਲੇਕਿਨ ਹੁਣ ਇਹ ਇੱਕ ਰਾਹਤ ਵਾਲੀ ਖਬਰ ਹੈ ਕਿ ਅੰਮ੍ਰਿਤਸਰ ਦੇ ਵਿੱਚ 6 ਲੱਖ ਤੋਂ ਵੱਧ ਸ਼ਰਧਾਲੂ ਆ ਰਹੇ ਨੇ। ਔਰ ਹੁਣ ਪੰਜਾਬ ਦੀ ਸਿਚੁਏਸ਼ਨ ਸ਼ਾਇਦ ਸ਼ਰਧਾਲੂਆਂ ਨੂੰ ਵੀ ਠੀਕ ਲੱਗਦੀ ਹੈ, ਪਰ 23-24 ਫਰਵਰੀ ਤੋਂ ਬਾਅਦ ਅਚਾਨਕ ਡਿਕਲਾਈਨ ਆਣਾ, ਉਹ ਆਪਣੇ ਆਪ ਵਿੱਚ ਪੰਜਾਬ ਦੇ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੀ ਸਿਚੁਏਸ਼ਨ ਸੀਗੀ ਲਾਅ ਐਂਡ ਆਰਡਰ ਦੀ, ਉਹਨੂੰ ਇੰਡੀਕੇਟ ਕਰਦਾ ਹੈ। ਹੁਣ ਤੁਸੀਂ ਬੰਗਾਲ ਦੇ ਗਵਰਨਰ ਸਾਹਿਬ ਦੀ ਵੀ ਗੱਲ ਪੁੱਛੀ ਹੈ। ਗਵਰਨਰ ਸਾਹਿਬ ਨੇ ਚਿੱਠੀ ਕੱਢਤੀ ਅਪ੍ਰੈਲ 4 ਔਰ ਉਹਨਾਂ ਦੇ ਜੁਆਇੰਟ ਸੈਕਟਰੀ ਸਾਹਿਬ ਸੀਗੇ। ਗਵਰਨਰ ਸਾਹਿਬ ਕੌਣ ਨੇ? ਸੀਵੀ ਆਨੰਦ ਬੋਸ। ਹੁਣ ਜਗਦੀਪ ਧਨਖੜ ਉਹਨਾਂ ਜਿਹੜੇ ਹੁਣ ਉਪ ਰਾਸ਼ਟਰਪਤੀ ਬਣ ਗਏ ਨੇ, ਜਦ ਗਵਰਨਰ ਹੁੰਦੇ ਸੀ ਵੈਸਟ ਬੰਗਾਲ ਤੇ ਆਏ ਦਿਨ ਰੋਲੇ ਪੈਂਦੇ ਸੀਗੇ, ਪਰ ਇਹ ਰੋਲਾ ਹੁਣ ਵੈਸਟ ਬੰਗਾਲ ਦੇ ਵਿੱਚ ਦੁਬਾਰਾ ਸ਼ੁਰੂ ਹੋ ਗਿਆ। ਅਪ੍ਰੈਲ 4 ਨੂੰ ਇੱਕ ਲੈਟਰ ਕੱਢਦੇ ਨੇ ਜੁਆਇੰਟ ਸੈਕਟਰੀ ਗਵਰਨਰ ਸਾਹਿਬ ਦੇ, ਉਹ ਕਹਿੰਦੇ ਨੇ ਅੱਜ ਤੋਂ ਬਾਅਦ ਸਾਰੀ ਯੂਨੀਵਰਸਿਟੀਆਂ, ਜਿਹੜੀ ਵੀ ਸਟੇਟ ਰਨ ਯੂਨੀਵਰਸਿਟੀਆਂ ਹੈਗੀਆਂ, ਉਹ ਗਵਰਨਰ ਸਾਹਿਬ ਨੂੰ ਭੇਜਣ ਵੀਕਲੀ ਰਿਪੋਰਟ, ਤੁਸੀਂ ਹਫਤੇ ਦੇ ਵਿੱਚ ਕੀਤਾ ਕੀ। ਔਰ ਨਾਲ ਦੇ ਨਾਲ ਇਹ ਕਿਹਾ ਇੱਕ ਵੀ ਪੈਸਾ ਖਰਚਣ ਤੋਂ ਪਹਿਲੇ ਜਾਂ ਖਰਚੇ ਦੀ ਪਲੈਨਿੰਗ ਕਰਨ ਤੋਂ ਪਹਿਲੇ ਤੁਸੀਂ ਗਵਰਨਰ ਸਾਹਿਬ ਤੋਂ ਪ੍ਰਾਇਰ ਸੈਂਕਸ਼ਨ ਲਓਗੇ, ਜੇ ਨਹੀਂ ਲਿੱਤੀ ਤੇ ਫਿਰ ਤੁਹਾਡੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। ਜੇ ਚਾਹੋਗੇ ਤੇ ਤੁਸੀਂ ਗੱਲ ਕਰ ਸਕਦੇ ਹੋ ਗਵਰਨਰ ਸਾਹਿਬ ਨਾਲ ਇਸ ਫੋਨ ਨੰਬਰ ਤੇ। ਹੁਣ ਇਸ ਲੈਟਰ ਤੋਂ ਬਾਅਦ ਸਟੇਟ ਗਵਰਨਮੈਂਟ ਵੀ ਐਕਸ਼ਨ ਨਹੀਂ ਚਾਹੀ, ਕਿਉਂਕਿ ਇਹ ਰੋਲਾ ਤੇ ਕਾਫੀ ਟਾਈਮ ਤੋਂ ਤੁਰਦਾ ਪਿਆ। 7 ਜਿਹੜੀ ਵਿਰੋਧੀ ਪਾਰਟੀਆਂ ਦੀ ਰੂਲਡ ਸਟੇਟ, ਵਿਰੋਧੀ ਪਾਰਟੀਆਂ ਜਿੱਥੇ ਸਰਕਾਰ ਬਣਾ ਕੇ ਬੈਠੀਆਂ ਹੋਈਆਂ, ਉੱਥੇ ਗਵਰਨਰ ਸਾਹਿਬ ਨਾਲ ਇਹ ਰੋਲਾ ਚੱਲ ਰਹੀ ਹੈ ਪੰਜਾਬ ਸਮੇਤ। ਕੇਰਲਾ ਦੇ ਵਿੱਚ ਕੀ ਹੋਇਆ, ਪੰਜਾਬ ਦੇ ਵਿੱਚ ਕੀ ਹੋਇਆ, ਤਮਿਲਨਾਡੂ ਦੇ ਵਿੱਚ ਕੀ ਹੋਇਆ, ਔਰ ਤੇਲੰਗਾਨਾ ਦੇ ਵਿੱਚ ਕੀ ਹੋਇਆ, ਉੱਥੇ ਗਵਰਨਰ ਤੇ ਮੁੱਖ ਮੰਤਰੀ ਸਿੱਧੇ ਹੋਏ ਨੇ। ਪੁਡੂਚੇਰੀ ਦੇ ਵਿੱਚ ਤੇ ਇਹ ਬੜੀ ਕਹਾਣੀ ਪੁਰਾਣੀ ਹੈਗੀ ਹੈ। ਦਿੱਲੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਰੋਜ਼ ਕੋਈ ਰਿਕਮੈਂਡੇਸ਼ਨ ਸੀਬੀ ਦੀ ਜਾਂ ਈਡੀ ਦੀ ਹੋ ਜਾਂਦੀ ਹੈ। ਇਸ ਮੁੱਦੇ ਦੇ ਉੱਤੇ ਉੱਥੇ ਦੇ ਐਜੂਕੇਸ਼ਨ ਮਿਨਿਸਟਰ ਨੇ ਇਹਦੇ ਉੱਤੇ ਆਬਜੈਕਸ਼ਨ ਤੇ ਉਠਾਇਆ। ਨਾਲ ਦੇ ਨਾਲ ਕਿਹਾ ਕਿ ਗਵਰਨਰ ਸਾਹਿਬ ਨੇ ਸਾਨੂੰ ਕੌਨਫੀਡੈਂਸ ਵਿੱਚ ਨਹੀਂ ਲਿੱਤਾ ਇਸ ਚਿੱਠੀ ਨੂੰ ਕੱਢਣ ਤੋਂ ਪਹਿਲੇ,
ਹਾਂ, ਅਸੀਂ ਗਵਰਨਰ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਲੀਗਲ ਕੰਸਲਟੇਸ਼ਨ ਵੀ ਕਰਾਂਗੇ ਕਿ ਗਵਰਨਰ ਸਾਹਿਬ ਨੂੰ ਇਹ ਅਧਿਕਾਰ ਹੈਗਾ ਹੈ, ਭਾਵੇਂ ਉਹ ਸਾਰੀ ਯੂਨੀਵਰਸਿਟੀਆਂ ਦੇ ਚਾਂਸਲਰ ਨੇ, ਪਰ ਡੇ ਟੂ ਡੇ ਐਕਟੀਵਿਟੀਜ਼ ਯੂਨੀਵਰਸਿਟੀ ਦੇ ਵਿੱਚ ਇੰਟਰਫੇਅਰ ਕਰਨ ਦਾ ਹੱਕ ਉਹਨਾਂ ਨੂੰ ਕੋਈ ਨਹੀਂ ਹੈ, ਕਿਉਂਕਿ ਇਸ ਤਰ੍ਹਾਂ ਦਾ ਕੋਈ ਐਗਜ਼ਾਮਪਲ ਨਹੀਂ ਹੈ ਪੂਰੇ ਦੇਸ਼ ਦੇ ਵਿੱਚ। ਜਦ ਗਵਰਨਰ ਫਾਈਨੈਂਸ਼ੀਅਲ ਐਕਟੀਵਿਟੀਜ਼ ਤੇ ਵੀਕਲੀ ਰਿਪੋਰਟ ਮੰਗੀ ਹੋਏ ਕਿਸੇ ਨੇ, ਹੁਣ ਇਹਦੇ ਉੱਤੇ ਲੀਗਲੀ ਕਿੱਦਾਂ ਅੱਗੇ ਵਧਿਆ, ਜਾਂ ਫਿਰ ਇਹ ਮੁੱਦਾ ਵੀ ਅੱਗੇ ਚੱਲ ਕੇ ਗਵਰਨਰ ਵਰਸਸ ਇਲੈਕਟਿਡ ਸਰਕਾਰ ਦੇ ਵਿੱਚ ਇੱਕ ਰਫੜ ਦਾ ਇੱਕ ਮੁੱਦਾ ਬਣ ਕੇ ਸਿਆਸੀ ਸਟੇਜਾਂ ਤੋਂ ਉੱਠੇਗਾ, ਇਹ ਅੱਗੇ ਚੱਲ ਕੇ ਪਤਾ ਲੱਗਿਆ। ਪਰ ਫਿਲਹਾਲ ਗਵਰਨਰ ਸਾਹਿਬ ਵੀ ਆਪਣੀ ਚਿੱਠੀ ਨੂੰ ਵਾਪਸ ਲੈਣ ਦੇ ਮੂਡ 'ਚ ਨਹੀਂ ਹੈਗੇ। ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਇਹ ਇਕੱਲੇ ਬੰਗਾਲ ਦੀ ਗੱਲ ਨਹੀਂ, ਗਾਂ ਗੱਲ ਵੀ ਤੁਰੂ। ਸਟੇਟ ਰਨ ਯੂਨੀਵਰਸਿਟੀਜ਼ ਹਰ ਜਗ੍ਹਾ ਨੇ ਔਰ ਉਹਨਾਂ ਦੇ ਚਾਂਸਲਰ ਹਮੇਸ਼ਾ ਗਵਰਨਰ ਹੀ ਹੁੰਦੇ ਨੇ, ਇਹ ਮੰਨਿਆ ਜਾਂਦਾ ਹੈ ਬਹੁਤੀ ਥਾਈਂ। ਉਹ ਵੱਖਰੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਜਿੱਦਾਂ ਉਹ ਜਿਹੜੀ ਬਾਡੀ ਕਾਰਪੋਰੇਟ ਹੈਗੀ ਹੈ, ਇੰਟਰਸਟੇਟ ਹੈ, ਉੱਥੇ ਗੱਲ ਹੋਰ ਹੋ ਜਾਂਦੀ ਹੈ। ਪਰ ਗਵਰਨਰ ਸਾਹਿਬ ਦਾ ਇਹ ਜਸਚਰ ਇਧਰਲੇ ਪਾਸੇ ਕਦੋਂ ਰੰਗ ਲਿਆਉਂਦਾ ਇਹ ਦੇਖਣਾ ਹੋਊਗਾ। ਇੰਦਰਪ੍ਰੀਤ ਜੀ, ਆਖਰੀ ਗੱਲ ਕਰੋ, ਕੱਲ ਖਤਮ ਕਰ ਦਿੰਦੇ ਆ। ਸਾਡੇ ਫਸਲ ਲਗਭਗ ਆਉਣੀ ਸ਼ੁਰੂ ਹੋਊਗੀ। ਹੁਣ ਜਦੋਂ ਇਹ ਫਸਲ ਮੰਡੀਆਂ 'ਚ ਹੈ, ਇਹਦੇ ਵਿੱਚ ਉਹਦੀ ਸਥਿਤੀ ਕੀ ਹੈ? ਕਿੰਨਾ ਕੁ ਦਾਣਾ ਖਰਾਬ ਹੋਇਆ, ਕਾਲਾ ਪਿਆ, ਸੁੰਗੜਿਆ, ਸਾਰੀਆਂ ਗੱਲਾਂ ਦੇ ਉੱਤੇ ਕੇਂਦਰੀ ਟੀਮ ਵਿਜ਼ਿਟ ਕਰ ਗਈ ਹੈ ਜਾਂ ਕਰ ਰਹੀ ਹੈ। ਇਸ ਗੱਲ ਨੂੰ ਟੱਚ ਕਰ ਦਿਓ, ਕਿਉਂਕਿ ਕਟੌਤੀ ਲੱਗਣੀ ਆ ਕੋਈ ਰੇਟ ਵਿੱਚ, ਕੋਈ ਐਗਜ਼ੈਂਪਟ ਕੀਤੀ ਜਾਣੀ ਆ ਇਸ ਤਰ੍ਹਾਂ ਦੀ ਖਰਾਬੀ। ਇਹ ਸਾਰੀਆਂ ਗੱਲਾਂ ਕਿਵੇਂ ਅੱਗੇ ਵਧਣਗੀਆਂ? ਰੰਧਾਵਾ ਸਾਹਿਬ, 2-3 ਦਿਨ ਪਹਿਲਾਂ ਸਾਡੇ ਜਿਹੜੇ ਫੂਡ ਐਂਡ ਸਪਲਾਈ ਸੈਕਟਰੀ ਹੈਗੇ ਆ ਗੁਰਕੀਰਤ ਕਿਰਪਾਲ ਸਿੰਘ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿ ਔਰ ਪੂਰੇ ਹਾਲਾਤ ਦੱਸੇ ਸੀ ਕਿ ਪਿਛਲੇ ਜਿਹੜੇ 10 ਦਿਨਾਂ ਤੋਂ ਬਰਸਾਤ, ਓਲੇ ਤੇ ਤੇਜ਼ ਹਵਾਵਾਂ ਚੱਲੀਆਂ ਨੇ, ਉਹਦੇ ਨਾਲ ਸਾਰੀ ਸਟੇਟ ਦੇ ਵਿੱਚ ਜਿਹੜੀ ਫਸਲ ਹੈਗੀ ਉਹ ਵਿਚ ਗਈ ਹੈ। ਇਹਦੇ ਨਾਲ ਬਹੁਤ ਨੁਕਸਾਨ ਹੋਇਆ। ਤਾਂ ਇਹ ਕਿਉਂਕਿ ਔਰ ਜੇ ਇਹੀ ਫਸਲ ਕੱਟ ਕੇ ਮੰਡੀਆਂ 'ਚ ਆਈ ਤਾਂ ਖਰੀਦਣੀ ਏਜੰਸੀਆਂ ਲਈ ਔਖੀ ਹੋ ਜਾਣੀ ਹੈ, ਕਿਉਂਕਿ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਬਿਹਾਫ ਤੇ ਖਰੀਦ ਕਰਦੀ ਹੈ। ਇਸ ਕਰਕੇ ਉਹਨਾਂ ਨੇ ਆਪਣੀ ਫਿਰ 4 ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਭੇਜੀਆਂ ਨੇ। ਕੱਲ ਉਹਨਾਂ ਨੇ ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਇਹ ਜਿਹੜੇ ਫਿਰੋਜ਼ਪੁਰ, ਇਹ ਡਿਸਟ੍ਰਿਕਾਂ ਦੇ ਵਿੱਚ ਆਪਣੇ ਸੈਂਪਲਿੰਗ ਕੀਤੀ ਹੈ। 54 ਸੈਂਪਲ ਡਿਫਰੈਂਟ ਮੰਡੀਆਂ ਤੋਂ ਇਕੱਠੇ ਕੀਤੇ ਹੈ ਔਰ ਅੱਜ ਸ਼ਾਇਦ ਉਹ ਜਿਹੜੇ ਦੂਜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਵੀ ਜਾਏਗੀ, ਪਲੱਸ ਥੋੜਾ ਜਿਹਾ ਹੋ ਸਕਦਾ ਕਿ ਖੇਤਾਂ ਦੇ ਵਿੱਚ ਵੀ ਜਾਏ, ਵੀ ਜਿੱਥੇ ਡਾਇਰੈਕਟ ਆਪਣੀ ਅੱਖਾਂ ਨਾਲ ਦੇਖ ਲੈਣ ਕਿ ਕੀ ਹੋਇਆ। ਸੋ ਉਹਦੇ 'ਚ ਉਹਨਾਂ ਨੇ ਡਿਮਾਂਡ ਇਹ ਕੀਤੀ ਸੀਗੀ ਕਿ ਦੇਖੋ, ਜਦੋਂ ਵਿਛ ਜਾਂਦੀ ਹੈ ਫਸਲ ਤਾਂ ਔਰ ਉੱਪਰ ਉਹ ਜਦੋਂ ਓਲਾ ਪੈਂਦਾ ਹੈ ਤਾਂ ਉਹ ਬਦਰੰਗ ਹੋ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ। ਬ੍ਰੋਕੇਜ ਦੀ ਵੀ ਆ ਜਾਂਦੀ ਹੈ ਸਮੱਸਿਆ ਔਰ ਬਦਰੰਗ ਵੀ ਹੁੰਦੀ ਹੈ। ਔਰ ਦੋਨਾਂ ਦੇ ਵਿੱਚ ਇੱਕ ਲਿਮਿਟਡ ਜੀ ਐਗਜ਼ੰਪਸ਼ਨ ਪਹਿਲਾਂ ਤੋਂ ਹੀ ਹੈਗੀ ਹੈ, ਜਿਹੜੀ 6% ਹੈ। ਇਹਨਾਂ ਨੇ ਕਿਹਾ ਕਿ ਉਹਨੂੰ ਵਧਾਓ। ਅਗਰ ਅੱਜ ਦੀ ਡੇਟ 'ਚ ਉਹ 6% ਤੇ ਖਰੀਦੀ ਜਾਊਗੀ ਤਾਂ ਮੈਨੂੰ ਲੱਗਦਾ ਸਾਡਾ ਬਹੁਤ ਨੁਕਸਾਨ ਹੋਊਗਾ, ਕਿਉਂਕਿ 6% ਦੀ ਛੂਟ ਹੋਏਗੀ, ਲੇਕਿਨ ਇਸ ਤੋਂ ਉੱਪਰ ਵਾਲੀ ਜਿੰਨੀ ਹੈਗੀ ਹੈ ਉਸ ਦੇ ਉੱਤੇ ਫਿਰ ਕਟੌਤੀ ਲੱਗੇਗੀ ਤੇ ਕਿਸਾਨ ਪਹਿਲਾਂ ਤੋਂ ਹੀ ਉਹਨਾਂ ਦਾ ਝਾੜ ਬਹੁਤ ਘਟ ਜਾਣਾ। ਤੇ ਜੇ ਕੀਮਤ ਜਿਹੜੀ ਬਚੀ ਕੁਚੀ ਫਸਲ ਆਈ ਉਹਦੇ ਉੱਤੇ ਜਿਹੜੀ ਕੀਮਤ ਮਿਲਣੀ ਹੈ ਉਹ ਵੀ ਅਗਰ ਘਟ ਜਾਏਗੀ ਤਾਂ ਮੈਨੂੰ ਲੱਗਦਾ ਕਿ ਇਹ ਹੋਰ ਜ਼ਿਆਦਾ ਨੁਕਸਾਨ ਹੋਣ ਵਾਲੀ ਗੱਲ ਹੈ। ਇਹਨੂੰ ਅਸੈਸ ਕਰਨ ਵਾਸਤੇ ਜਿਹੜੀ ਟੀਮ ਆਈ ਹੈ ਉਹਨਾਂ ਨੇ ਕਿਹਾ ਕਿ 10 ਤਰੀਕ ਤੋਂ ਪਹਿਲਾਂ ਸਾਨੂੰ ਰਿਪੋਰਟ ਦੇ ਦਿਓ। ਮੇਰੇ ਖਿਆਲ ਅੱਜ ਲੈਬਸ ਚਲੀਆਂ ਜਾਣਗੀਆਂ ਜਿਹੜੀਆਂ ਇੱਥੇ ਹੀ ਹੈਗੀਆਂ ਨੇ, FCI ਦੀ ਵੀ ਲੈਬ ਹੈਗੀਆਂ ਨੇ। ਅੱਜ ਹੀ ਸ਼ਾਇਦ ਜਾਂਚ ਹੋ ਕੇ ਰਿਪੋਰਟਾਂ ਦੀ ਕੁਝ ਰਿਪੋਰਟਾਂ ਦਾ ਜਿਹੜਾ ਨਤੀਜੇ ਨੇ ਉਹ ਤਾਂ ਅੱਜ ਹੀ ਚਲੇ ਜਾਣਗੇ ਜਾਂ ਕੁਝ 1-2 ਦਿਨ ਤੱਕ ਚਲੇ ਜਾਣਗੇ। ਮੈਨੂੰ ਲੱਗਦਾ ਕਿ 10 ਜਾਂ 11 ਤਰੀਕ ਤੱਕ ਸੈਂਟਰ ਗਵਰਨਮੈਂਟ ਇਸ ਤੇ ਕੋਈ ਡਿਸੀਜਨ ਲੈ ਲੇਗੀ ਕਿ ਛੂਟ ਕਿੰਨੀ ਦੇਣੀ ਹੈ। ਪੰਜਾਬ ਤੇ ਹਰਿਆਣਾ ਮੇਰੇ ਖਿਆਲ ਦੋਨਾਂ ਨੂੰ ਇਕੱਠਿਆਂ ਨੂੰ ਇੱਕੋ ਜਿਹੀ ਛੂਟ ਮਿਲੇਗੀ, ਕਿਉਂਕਿ ਲਗਭਗ ਇੱਕੋ ਜਿਹੀ ਸਥਿਤੀ ਹੈਗੀ ਹੈ ਦੋਨਾਂ ਸਟੇਟਾਂ ਦੇ ਵਿੱਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਜੀ।